ਹਰ ਗੋਬਿੰਦ ਸ਼ੁਭ ਮਤ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ। ਸ੍ਰੀ ਹਰਿ ਕ੍ਰਿਸ਼ਨ ਨਾਮ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਹੈ ਬੇਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਹੈ ਬੇਗਨ ਬਿਨਾਸਨ ਸੋਏ। ਚੌਪਈ ਜੇ ਕ ਸ਼ੁੱਧ ਹੋਏ, ਪੜੀਏ ਸ਼ੁੱਧ ਕਰ। ਬਿਗਰੀ ਵਸਤ ਸੁਧਾਰੇ ਜਿਮ ਕਰ। ਤਿਮ ਗੁਰ ਸ਼ਬਦ ਸੁਧਾਰੇ ਜਿਨੈ। ਨਈ ਭਾਵਨਾ ਸੇ ਨਰ ਮੈਂ ਮਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾਹੁ ਮੀਆਂ, ਤੇਰੀ ਕਬਨ ਬੜਾਈ। ਜੋ ਤੂੰ ਦੇਹ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੂੰ ਰਜਾਈ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਸੱਜ ਬੈਠੀ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨਤਾ ਦੇ ਪਾਤਰ ਹੋ। ਆਪਣੇ ਜੀਵਨ ਦੀਆਂ ਕੁਝ ਘੜੀਆਂ ਔਰ ਕੁਝ ਕੀਮਤੀ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਸਾਹਿਬੇ ਕਮਾਲ, ਪੰਥ ਦੇ ਵਾਲੀ, ਚਟਿਆਂ ਬਾਜਾਂ ਵਾਲੇ, ਸ਼ਮਸ਼ੇਰੇ ਬਹਾਦਰ, ਦੇ ਗੁਰ ਤੇ ਕੇ ਧਨੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਨੂੰ ਪੜ੍ਹਨ ਦਾ, ਸੁਣਨ ਦਾ, ਵਿਚਾਰਨ ਦਾ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਰਿਹਾ ਹੈ। ਰੋਮ ਰੋਮ ਕਰਕੇ ਸਾਹਿਬ ਦਾ ਸ਼ੁਕਰ ਹੈ, ਕਲਗੀਧਰ ਸੁਆਮੀ ਦਾ ਸ਼ੁਕਰਾਨਾ ਹੈ ਕਿ ਸਾਨੂੰ ਮੂਰਖਾਂ ਨੂੰ ਆਪਣੀ ਇਸ ਕਾਰ ਵਿੱਚ, ਆਪਣੀ ਇਸ ਸੇਵਾ ਵਿੱਚ ਲਾਇਆ ਹੈ। ਦਇਆ ਨਿਧ ਅੰਤਰਯਾਮੀ ਕਲਗੀਧਰ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਸ਼ੁੱਧ ਉਚਾਰਨ ਕਰਨ ਦਾ ਉਪਦੇਸ਼ ਸਿੱਖਾਂ ਨੂੰ, ਸੰਗਤ ਨੂੰ ਬਖਸ਼ਿਸ਼ ਕੀਤਾ ਹੈ ਕਿ ਗੁਰਬਾਣੀ ਨੂੰ ਸੰਥਿਆ ਲੈ ਕੇ ਪੜ੍ਹੋ। ਜਿਸ ਵੇਲੇ ਪੜ੍ਹਨਾ ਹੈ, ਅਰਥਾਂ ਭਾਵਾਂ ਨੂੰ ਵਿਚਾਰਨ ਦਾ ਨਾਲ ਨਾਲ ਯਤਨ ਕਰੋ, ਇਕਾਗਰਤਾ ਸਹਿਤ ਪੜ੍ਹੋ। ਕਿਉਂਕਿ ਕਈ ਵਾਰ ਗੁਰਬਾਣੀ ਦੇ ਕੁਝ ਅੱਖਰ ਜਦੋਂ ਉਹਨਾਂ ਦਾ ਅਸ਼ੁੱਧ ਉਚਾਰਨ ਹੁੰਦਾ ਹੈ ਤਾਂ ਅਰਥਾਂ ਦਾ ਅਨਰਥ ਹੋ ਜਾਂਦਾ ਹੈ।
ਉਹਦੇ ਵਾਸਤੇ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ ਹੈ, ਕਰਤੇ ਕੀਮਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ। ਇੱਕ ਸਿੱਖ ਕੈਦ ਦੀ ਥਾਂ 'ਤੇ ਕੇ ਪੜ੍ਹ ਰਿਹਾ ਸੀ ਤਾਂ ਉਸ ਵਕਤ ਗੁਰਦੇਵ ਨੇ ਸਿੱਖਾਂ ਨੂੰ, ਸੰਗਤ ਨੂੰ ਉਪਦੇਸ਼ ਦਿੱਤਾ, ਸਿੱਖੋ ਸੁਨੋ ਸੀਖ ਇਹੋ ਮੇਰੀ ਬਾਣੀ, ਪੜ੍ਹੋ ਸ਼ੁੱਧ ਗੁਰ ਕੇਰੀ। ਇਹ ਹੁਕਮ, ਇਹ ਉਪਦੇਸ਼ ਸਤਿਗੁਰੂ ਜੀ ਦਾ ਸਾਨੂੰ ਸਾਰਿਆਂ ਨੂੰ ਹੈ। ਅਰਦਾਸ ਵੀ ਹੈ ਗੁਰੂ ਚਰਨਾਂ 'ਚ ਕਿ ਮਹਾਰਾਜ ਸਾਨੂੰ ਆਪਣੀ ਬਾਣੀ ਸ਼ੁੱਧ ਸਪਸ਼ਟ ਪੜ੍ਹਨ ਦਾ ਬਲ ਬਖਸ਼ੋ, ਪ੍ਰੇਰਨਾ ਬਖਸ਼ੋ, ਬੁੱਧੀ ਬਖਸ਼ੋ। ਅਗਾਧ ਬੋਧ ਬਾਣੀ ਹੈ ਮਹਾਰਾਜ ਜੀ ਦੀ। ਅਸੀਂ ਤੁੱਛ ਬੁੱਧੀ ਵਾਲੇ ਭੁੱਲਣ ਅੰਦਰ ਜੀਵ ਹਾਂ, ਭੁੱਲ ਜਾਂਦੇ ਹਾਂ। ਪਰ ਗੁਰੂ ਚਰਨਾਂ ਵਿੱਚ ਸਿੱਖ ਨੇ ਪੈ ਰੱਖ ਕੇ, ਅਦਬ ਰੱਖ ਕੇ ਬੇਨਤੀ ਕਰਦੇ ਰਹਿਣਾ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਦਸਮੇਸ਼ ਪਿਤਾ ਕਲਗੀਧਰ ਸੁਆਮੀ ਸੰਗਤ ਨੂੰ ਉਪਦੇਸ਼ ਦੇ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਜੇ ਕਸ਼ੁੱਧ ਹੋਏ ਪੜ੍ਹੀਐ ਸ਼ੁੱਧ ਕਰ। ਪਾਤਸ਼ਾਹ ਕਹਿੰਦੇ ਜੇ ਕਿਤੇ ਪਹਿਲਾਂ ਕੁਸ਼ੁੱਧ ਰੂਪ ਦੇ ਵਿੱਚ ਯਾਨੀ ਕਿ ਅਸ਼ੁੱਧ ਰੂਪ ਦੇ ਵਿੱਚ ਪੜ੍ਹਦੇ ਹਾਂ ਤਾਂ ਉਸ ਨੂੰ ਸ਼ੁੱਧ ਪੜ੍ਹਨ ਦਾ ਯਤਨ ਕਰਨਾ ਚਾਹੀਦਾ। ਐਸਾ ਨਹੀਂ ਕਿ ਜੇ ਕੁਝ ਗੁਰਬਾਣੀ ਦੀ ਪੰਕਤੀ ਸਾਡੀ ਰਸਨਾ 'ਤੇ ਅਸ਼ੁੱਧ ਚੜ੍ਹੀ ਹੈ ਅਤੇ ਕੋਈ ਦੂਜਾ ਸਾਨੂੰ ਦੱਸੇ ਕਿ ਭਾਈ ਇਹ ਸ਼ੁੱਧ ਪੰਕਤੀ ਇਸ ਤਰੀਕੇ ਨਾਲ ਹੈ, ਅਸੀਂ ਉਸ ਦੀ ਗੱਲ ਦਾ ਧਿਆਨ ਨਾ ਕਰਦੇ ਹੋਇਆਂ ਫਿਰ ਵੀ ਅਸ਼ੁੱਧ ਪੜ੍ਹੀ ਜਾਈਏ। ਐਸਾ ਨਹੀਂ ਕਰਨਾ ਚਾਹੀਦਾ। ਜੇ ਅਸ਼ੁੱਧ ਉਚਾਰਨ ਹੁੰਦਾ ਵੀ ਹੈ ਤਾਂ ਉਸ ਨੂੰ ਸ਼ੁੱਧ ਉਚਾਰਨ ਵਜੋਂ ਉਚਾਰਨ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਬਿਗੜੀ ਵਸਤ ਸੁਧਾਰੇ ਜਿਮ ਕਰ। ਜਿਵੇਂ ਘਰ ਦੇ ਵਿੱਚ ਕੋਈ ਚੀਜ਼ ਵਿਗੜ ਜਾਂਦੀ, ਸੁੱਟ ਤਾਂ ਨਹੀਂ ਦਿੰਦੇ ਆਪਾਂ ਉਹਨੂੰ। ਕੋਈ ਚੀਜ਼ ਖਰਾਬ ਹੋ ਜਾਏ ਘਰ ਵਿੱਚ, ਉਹਦਾ ਸੁਧਾਰ ਕਰਦੇ ਹਾਂ, ਉਹਨੂੰ ਦੁਬਾਰਾ ਠੀਕ ਕਰਕੇ ਉਸ ਨੂੰ ਆਪਣੇ ਘਰ 'ਚ ਸੁਸ਼ੋਭਿਤ ਕਰਦੇ ਹਾਂ। ਕਈ ਵਾਰ ਕਈ ਗੁਰਸਿੱਖ ਕਹਿੰਦੇ ਜੀ ਸਾਡੇ ਕੋਲੋਂ ਬਾਣੀ ਸ਼ੁੱਧ ਨਹੀਂ ਸੀ ਪੜ੍ਹੀ ਜਾਂਦੀ, ਅਸੀਂ ਪੜ੍ਹਨੀ ਛੱਡ ਦਿੱਤੀ। ਇਹ ਤਰੀਕਾ ਨਹੀਂ ਹੈ ਸਹੀ। ਜੇ ਕੁਸ਼ੁੱਧ ਪੜ੍ਹਦੇ ਸੀ ਤਾਂ ਫਿਰ ਸ਼ੁੱਧ ਪੜ੍ਹਨ ਦਾ ਯਤਨ ਕਰਨਾ ਚਾਹੀਦਾ ਨਾ। ਆਪਣੇ ਵੱਲੋਂ ਤਾਂ ਹਿੰਮਤ ਕਰਨੀ ਚਾਹੀਦੀ ਹੈ। ਐਸਾ ਤਾਂ ਨਹੀਂ ਵੀ ਢੇਰੀ ਢਾਹ ਦਿਓ ਵੀ ਹੁਣ ਤਾਂ ਸਾਡੇ ਕੋਲੋਂ ਪੜ੍ਹ ਹੀ ਨਹੀਂ ਹੋਣੀ। ਤੋ ਇਸ ਪ੍ਰਕਾਰ ਨਾਲ ਜੇ ਕੁਸ਼ੁੱਧ ਪੜ੍ਹੇ ਤੇ ਫਿਰ ਉਹਨੂੰ ਸ਼ੁੱਧ ਪੜ੍ਹਨ ਦਾ ਯਤਨ ਕਰੇ, ਆਪਣੇ ਵੱਲੋਂ ਯਤਨ ਕਰੇ। ਫਿਰ ਵੀ ਭੁੱਲ ਚੁੱਕ ਰਹਿ ਜਾਏ, ਕੋਈ ਲਗ ਮਾਤਰ ਕੋਈ ਅੱਖਰ ਰਹਿ ਜੇ, ਉਹਦੀ ਆਪਾਂ ਫਿਰ ਅਰਦਾਸ ਕਰ ਹੀ ਲੈਣੀ ਹੈ ਸਤਿਗੁਰਾਂ ਦੇ ਚਰਨਾਂ 'ਚ, ਮਹਾਰਾਜ ਖਿਮਾ ਕਰਿਓ, ਮੁਆਫੀ ਬਖਸ਼ ਦਿਓ। ਭੁੱਲ ਚੁੱਕ ਦੀ ਖਿਮਾ ਮੰਗਦੇ ਹੀ ਹੈ ਨਾ। ਨਿਤਨੇਮ ਸਵੇਰੇ ਕਰੀਏ, ਸ਼ਾਮ ਨੂੰ ਕਰੀਏ, ਅਰਦਾਸ ਕਰਦੇ ਹਾਂ ਮਹਾਰਾਜ ਅੱਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਰੋਜ਼ ਕਰਦੇ ਹੀ ਅਰਦਾਸ। ਸਵੇਰੇ ਨਿਤਨੇਮ ਕਰੀਏ ਤਾਂ, ਜੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਨਿਤਨੇਮ ਕਰੀਏ ਤਾਂ, ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀਏ ਤਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੀ ਸੇਵਾ ਕਰੀਏ ਸੰਪੂਰਨ ਕਰਕੇ ਭੋਗ ਪਾ ਕੇ ਤਾਂ, ਅਖੰਡ ਪਾਠ ਸਾਹਿਬ ਹੋਵੇ ਤਾਂ। ਤੋ ਅਰਦਾਸ ਤਾਂ ਕਰਨੀ ਹੈ ਅਸੀਂ, ਪਰ ਯਤਨ ਕਰਨਾ ਚਾਹੀਦਾ ਹੈ ਕਿ ਜੇ ਕੁਸ਼ੁੱਧ ਪੜ੍ਹਿਆ ਗਿਆ ਤਾਂ ਦੁਬਾਰਾ ਉਸ ਦਾ ਉਚਾਰਨ ਸ਼ੁੱਧ ਕਰ ਦਿਓ। ਕਈ ਵਾਰ ਅਸੀਂ ਗੁਰਬਾਣੀ ਪੜ੍ਹਦੇ ਹਾਂ, ਕੋਈ ਪੰਕਤੀ ਅੱਗੇ ਪਿੱਛੇ ਹੋ ਜਾਂਦੀ ਹੈ ਪੜ੍ਹਦੇ ਹਾਂ ਵਹਾਵ ਦੇ ਵਿੱਚ, ਅਤੇ ਜਾਂ ਗ੍ਰੰਥੀ ਸਿੰਘ ਦੁਬਾਰਾ ਉਸ ਪੰਕਤੀ ਨੂੰ ਪੜ੍ਹ ਦੇਵੇ ਅਤੇ ਫਿਰ ਬਾਅਦ ਵਿੱਚ ਕਈ ਕਹਿਣ ਲੱਗ ਪੈਂਦੇ ਜੀ ਤੁਸੀਂ ਪਾਠ ਭੁੱਲ ਗਏ ਸੀ। ਐਸਾ ਨਹੀਂ ਹੁੰਦਾ। ਜੇ ਉਹਨੇ ਸੁਧਾਰ ਕੇ ਪੜ੍ਹੀ ਆ ਉਹਦੇ ਵਾਸਤੇ ਗ੍ਰੰਥੀ ਸਿੰਘ ਦਾ ਸਗੋਂ ਧੰਨਵਾਦ ਕਰਨਾ ਚਾਹੀਦਾ, ਕਿੰਤੂ ਪਰੰਤੂ ਨਹੀਂ।
ਤੋ ਜੇ ਕੁਸ਼ੁੱਧ ਪੜ੍ਹੀ ਜਾਵੇ ਉਸ ਨੂੰ ਸ਼ੁੱਧ ਪੜ੍ਹਨ ਦਾ ਯਤਨ ਉਹ ਸਾਨੂੰ ਕਰਨਾ ਚਾਹੀਦਾ ਹੈ। ਤਿਮ ਗੁਰ ਸ਼ਬਦ ਸੁਧਾਰੇ ਜੇ ਨਹਿ। ਤੇ ਜੇ ਅਸ਼ੁੱਧੀ ਪੜ੍ਹੀ ਜਾਵੇ, ਜੇ ਕਿਸੇ ਨੇ ਦੱਸ ਵੀ ਦਿੱਤਾ ਅਸੀਂ ਫਿਰ ਵੀ ਅਸ਼ੁੱਧ ਪੜ੍ਹੀ ਜਾਈਏ, ਉਹਦਾ ਸੁਧਾਰ ਨਾ ਕਰੇ। ਨਹੀਂ ਭਾਵਨਾ ਸੇ ਨਰ ਮਹਿ ਮੈਂ। ਫਿਰ ਇਦਾਂ ਕਹਿ ਸਕਦੇ ਹਾਂ ਵੀ ਉਹਦੇ ਅੰਦਰ ਭਾਵਨਾ ਨਹੀਂ ਗੁਰਬਾਣੀ ਪ੍ਰਤੀ। ਮੰਨ ਲਓ ਮੇਰੀ ਕੋਈ ਗਲਤੀ ਹੈ, ਮੈਂ ਕੋਈ ਪੰਕਤੀ ਗਲਤ ਪੜ੍ਹੀ, ਕੋਈ ਦੂਜਾ ਸਿੱਖ ਮੈਨੂੰ ਆ ਕੇ ਦੱਸ ਦੇ ਕਿ ਭਾਈ ਇਹ ਉਚਾਰਨ ਸਹੀ ਨਹੀਂ ਸੀ, ਤੇ ਮੈਂ ਜਾਣ ਬੁੱਝ ਕੇ ਖਿੱਝ ਕੇ ਉਹਦੇ ਅਰਥ ਉਹਦੀ ਸਹੀ ਨੂੰ ਵੀ ਗਲਤ ਕਰਕੇ ਆਪਣੀ ਗਲਤ ਨੂੰ ਸਹੀ ਕਰਾਂ, ਤੋ ਫਿਰ ਇਹਦਾ ਮਤਲਬ ਹੈ ਕਿ ਗੁਰਬਾਣੀ ਪ੍ਰਤੀ ਸਾਡੇ ਹਿਰਦੇ 'ਚ ਭਾਵਨਾ ਨਹੀਂ। ਜੇ ਕਿਸੇ ਨੇ ਅਕਲ ਦੇ ਦਿੱਤੀ ਹੈ, ਮੱਤ ਦੇ ਦਿੱਤੀ ਹੈ, ਤੇ ਲੈ ਲੈਣੀ ਚਾਹੀਦੀ ਹੈ। ਇਸ ਕਰਕੇ ਜੇ ਅਸ਼ੁੱਧ ਪਾਠ ਕਰਦਿਆਂ ਕੋਈ ਦੂਸਰਾ ਸੱਜਣ ਦੱਸ ਦਿੰਦਾ ਵੀ ਸ਼ੁੱਧ ਪਾਠ ਇਸ ਤਰ੍ਹਾਂ ਹੈ, ਤਾਂ ਫਿਰ ਉਹਦੇ ਵਿੱਚ ਸਾਨੂੰ ਸਗੋਂ ਉਹਦਾ ਧੰਨਵਾਦ ਕਰਨਾ ਚਾਹੀਦਾ। ਧੰਨਵਾਦ ਕਿ ਤੁਸੀਂ ਸਾਡੀ ਅਸ਼ੁੱਧੀ ਨੂੰ ਸੁਧਾਰਿਆ। ਮਨ 'ਚ ਰੰਜ ਨਹੀਂ ਕਰਨਾ ਚਾਹੀਦਾ। ਅਸੀਂ ਸਾਰੇ ਗੁਰਸਿੱਖ ਆਪਸ ਵਿੱਚ ਭੈਣ ਭਰਾਵਾਂ ਦੇ ਤੁੱਲ ਹਾਂ। ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਤੇ ਜੇ ਸਾਡਾ ਕੋਈ ਵੀਰ ਸਾਨੂੰ ਦੱਸ ਦੇਵੇ ਕਿ ਇਹ ਅਸ਼ੁੱਧ ਹੈ, ਸ਼ੁੱਧ ਇਸ ਤਰ੍ਹਾਂ ਹੈ, ਤਾਂ ਫਿਰ ਉਹਦੀ ਵਿਚਾਰ। ਕਈ ਵਾਰੀ ਕੁਝ ਪਾਠ ਅੰਤਰ ਭੇਦ ਵੀ ਹੁੰਦੇ ਨੇ, ਜਿਵੇਂ ਕਿ ਕੱਲ੍ਹ ਵੀ ਮੈਂ ਦੱਸਿਆ ਸੀ, ਲੱਖ ਕਰੋੜੀ ਬੰਧ ਨਾ ਪਰਾ ਵੀ ਹੈ, ਲੱਖ ਕਰੋੜੀ ਬੰਧਨ ਪਰੈ ਵੀ ਹੈ। ਤੋ ਇਸ ਤਰ੍ਹਾਂ ਕਈ ਵਾਰੀ ਕੁਝ ਪਾਠ ਅੰਤਰ ਵੀ ਹੁੰਦੇ ਹੈ, ਤੇ ਉਹਦੇ ਵਿੱਚ ਵਿਚਾਰ ਕਰ ਲੈਣੀ ਚਾਹੀਦੀ ਹੈ। ਤੋ ਇਸ ਪ੍ਰਕਾਰ ਨਾਲ ਬਹਿਸਬਾਜ਼ੀ ਨਹੀਂ ਕਰਨੀ ਚਾਹੀਦੀ ਵੀ ਤੂੰ ਗਲਤ ਪੜ੍ਹਦਾ, ਮੈਂ ਇਹ ਸਹੀ ਹੈ। ਤੋ ਕਈ ਵਾਰ ਹਾਂ ਉਚਾਰਨ ਮਾਤਰ ਦੇ ਵਿੱਚ ਕੋਈ ਲੱਗ ਮਾਤਰ, ਕੋਈ ਸਿਹਾਰੀ, ਕੋਈ ਦੁਲਾਂ, ਕੋਈ ਲਾਂ, ਉਹਦਾ ਸਹੀ ਉਚਾਰਨ ਕੋਈ ਦੱਸ ਦੇਵੇ ਤੇ ਸਾਨੂੰ ਉਹਦਾ ਧੰਨਵਾਦ ਕਰਨਾ ਚਾਹੀਦਾ ਔਰ ਉਹਦਾ ਸਾਨੂੰ ਸੁਧਾਰ ਕਰ ਲੈਣਾ ਚਾਹੀਦਾ। ਇਹ ਨਹੀਂ ਕਿ ਜੇ ਕੋਈ ਸਾਡੀ ਗਲਤੀ ਸਾਨੂੰ ਪੱਕੀ ਹੋਈ ਹੈ ਤੇ ਕੋਈ ਦੱਸੇ ਤੇ ਅਸੀਂ ਮਨ 'ਚ ਰੰਜ ਕਰ ਲਈ। ਹਾਂਜੀ। ਗਿਆਨ ਕੇ ਬਹੀਨ ਜਤ ਜਾਰੇ ਹੀ ਮਰਤ ਐ। ਕਲਗੀਧਰ ਜੀ ਦੀ ਪਵਿੱਤਰ ਬਾਣੀ ਹੈ ਅਕਾਲ ਉਸਤਤ। ਦਸਵੇਂ ਪਾਤਸ਼ਾਹ ਜੀ ਨੇ ਬਾਣੀ ਦੀ ਰਚਨਾ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਕੀਤੀ, ਜਿੱਥੇ ਗੁਰਦੁਆਰਾ ਕਵੀ ਦਰਬਾਰ ਹੈ ਜਮਨਾ ਦੇ ਕੰਢੇ 'ਤੇ। ਉੱਥੇ ਬਹਿ ਕੇ ਮਹਾਰਾਜ ਜੀ ਨੇ ਬਾਣੀ ਰਚੀ। ਸ਼ਹੀਦ ਭਾਈ ਮਨੀ ਸਿੰਘ ਜੀ ਇਹ ਬਾਣੀ ਲਿਖਦੇ ਸੀ ਲਿਖਾਰੀ ਵਜੋਂ। ਇਸ ਪਵਿੱਤਰ ਅੰਮ੍ਰਿਤ ਬਾਣੀ ਦਾ ਨਾਮ ਹੈ ਅਕਾਲ ਉਸਤਤ। ਜਿਹੜੇ ਤੁਸੀਂ ਅੰਮ੍ਰਿਤ ਸਵਈਏ ਪੜ੍ਹਦੇ ਹੋ ਨਾ 10, ਉਹ 10 ਸਵਈਏ ਜਿਹੜੇ ਨੇ ਅਕਾਲ ਉਸਤਤ ਬਾਣੀ 'ਚੋਂ ਨੇ। ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ। ਉਹ ਅਕਾਲ ਉਸਤਤ ਬਾਣੀ ਦਾ ਹਿੱਸਾ ਹੈ, ਵਿੱਚੋਂ 10 ਸਵਈਏ ਲਏ ਹੋਏ ਨੇ। ਸੰਪੂਰਨ ਬਾਣੀ ਤਾਂ ਅਕਾਲ ਉਸਤਤ ਹੈ। ਇਸੇ ਤਰ੍ਹਾਂ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰਗ, ਇਹ ਵੀ ਅਕਾਲ ਉਸਤਤ ਬਾਣੀ ਵਿੱਚੋਂ ਹੈ। ਬਹੁਤ ਸਾਰੀਆਂ ਪੰਕਤੀਆਂ ਦਾ ਕੀਰਤਨ ਕੀਰਤਨੀਏ ਸਿੰਘ ਕਰਦੇ ਨੇ। ਜਲ ਕਹਾਂ ਥਲ ਕਹਾਂ ਗਗਨ ਕੇ ਗੌਨ ਕਹਾਂ, ਕਾਲ ਕੇ ਬਨਾਏ ਸਭੈ ਕਾਲ ਹੀ ਚਬਾਹੈਂਗੇ। ਜਦੋਂ ਪਾਤਸ਼ਾਹ ਕਹਿੰਦੇ ਜਲਸ ਤੋਂ ਹੀ, ਥਲਸ ਤੋਂ ਹੀ, ਨਦਸ ਤੋਂ ਹੀ, ਨਦਿਸ ਤੋਂ ਹੀ, ਇਹ ਸਾਰੀ ਅਕਾਲ ਉਸਤਤ ਦੀ ਬੜੀ ਪਿਆਰੀ ਬਾਣੀ ਕਲਗੀਧਰ ਨੇ ਰਚੀ। ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭ ਹੈ ਏਕੈ ਪਹਿਚਾਨਬੋ। ਇਹ ਅਕਾਲ ਉਸਤਤ ਬਾਣੀ ਹੈ। ਉੱਥੇ ਹੀ ਇੱਕ ਪਾਵਨ ਪੰਕਤੀ ਗੁਰਦੇਵ ਨੇ ਉਚਾਰਨ ਕੀਤੀ ਹੈ, ਗਿਆਨ ਕੇ ਬਹੀਨ ਜਕ ਜਾਰੇ ਹੀ ਮਰਤ ਹੈ। ਕਿ ਜਿਹੜੇ ਗਿਆਨ ਤੋਂ ਵਿਹੂਣੇ ਨੇ, ਭਾਵਨਾ ਤੋਂ ਵਿਹੂਣੇ ਨੇ। ਜੇ ਕਿਸੇ ਨੇ ਦੇ ਦਿੱਤਾ ਗਿਆਨ ਫਿਰ ਵੀ ਨਹੀਂ ਮੰਨਿਆ, ਉਹ ਜਿਹੜੇ ਗਿਆਨ ਤੋਂ ਵਿਹੂਣੇ ਨੇ ਨਾ, ਉਹ ਈਰਖਾ ਦੀ ਅੱਗ ਦੇ ਵਿੱਚ ਹੀ ਸੜਦੇ ਰਹਿੰਦੇ ਆ। ਉਹ ਦਵੈਸ਼ ਦੀ ਅੱਗ ਦੇ ਵਿੱਚ ਹੀ ਸੜਦੇ ਰਹਿੰਦੇ ਆ। ਜੇ ਕਿਸੇ ਦੂਜੇ ਨੇ ਗਿਆਨ ਦੇ ਦਿੱਤਾ ਤੇ ਉਹਦਾ ਸਹੀ ਗਿਆਨ ਵੀ ਈਰਖਾ ਵਸ ਨਹੀਂ ਮੰਨਣਾ, ਦਵੈਸ਼ ਦੇ ਵਸ ਹੋ ਕੇ ਨਹੀਂ ਮੰਨਣਾ ਵੀ ਇਹ ਕਿਵੇਂ ਮੈਨੂੰ ਗਿਆਨ ਦੇ ਸਕਦਾ। ਹਾਂਜੀ। ਤੁਕ ਅਕਾਲ ਉਸਤਤ ਕੀ ਗਾਈ। ਇਸ ਤਰ੍ਹਾਂ ਸ੍ਰੀ ਅਕਾਲ ਉਸਤਤ ਸਾਹਿਬ ਜੀ ਦੀ ਜੋ ਪਵਿੱਤਰ ਬਾਣੀ ਹੈ,
ਉਹਦੀ ਤੁਕ, ਉਹਦੀ ਪੰਗਤੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਚਾਰਨ ਕੀਤੀ। ਪੰਜ ਬਿਦਨ ਸਿੱਖੀ ਸੁਨ ਪਾਈ। ਫਿਰ ਸਤਿਗੁਰੂ ਜੀ ਨੇ ਬਚਨ ਕੀਤਾ, ਗੁਰ ਸਿੱਖੋ ਸਿੱਖੀ 5 ਪ੍ਰਕਾਰ ਦੀ ਹੈ। ਇਹ ਹੁਣ ਧਿਆਨ ਨਾਲ ਸੁਣਨ ਵਾਲੇ ਨੇ ਬਚਨ, ਸੋ ਸਾਖੀ ਦੇ ਬਚਨ ਨੇ ਸਾਰੇ। ਸੋ ਸਾਖੀ ਦੀਆਂ ਬਹੁਤ ਸਾਰੀਆਂ ਸਾਖੀਆਂ ਨੇ, ਉਹ ਕਈ ਵਾਰ ਇੰਨੀਆਂ ਡੂੰਘੀਆਂ ਲਿਖੀਆਂ ਹੋਈਆਂ ਨੇ ਵੀ ਸਾਨੂੰ ਸਮਝ ਨਹੀਂ ਪੈਂਦੀਆਂ। ਸੋ ਸਾਖੀ ਵਿੱਚ ਬੜੇ ਧਿਆਨ ਨਾਲ ਗਹੁ ਨਾਲ ਪੜ੍ਹਨਾ ਪੈਂਦਾ। ਤੋ ਹੁਣ ਇਹ 5 ਪ੍ਰਕਾਰ ਦੀ ਸਿੱਖੀ, ਅਸੀਂ ਹੁਣ ਇਹ ਵੇਖਣਾ ਵੀ ਸਾਡੇ ਵਿੱਚ ਕਿਹੜੀ ਸਿੱਖੀ ਹੈ। 5 ਤਰ੍ਹਾਂ ਦੀ ਸਿੱਖੀ ਦੱਸੀ ਹੈ, 5 ਵਿੱਚੋਂ ਅਸੀਂ ਕਿਹੋ ਜਿਹੀ ਸਿੱਖੀ ਦੇ ਧਾਰਨੀ ਹਾਂ। ਇਹ ਹੁਣ ਆਪਣੇ ਆਪ ਤੇ ਤੁਸੀਂ ਪੈਮਾਨਾ ਆਪੇ ਲਾ ਲੈਣਾ ਹੈ। ਥਰਮਾਮੀਟਰ ਹੁੰਦਾ ਨਾ ਜਿਵੇਂ ਬੁਖਾਰ ਚੈੱਕ ਕਰਨ ਦਾ, ਇਹ ਥਰਮਾਮੀਟਰ ਲਾਉਣ ਲੱਗੇ ਨੇ ਕਲਗੀਧਰ ਜੀ। ਹੁਣ ਅਸੀਂ ਵੇਖਣਾ ਹੈ ਵੀ ਉਸ ਥਰਮਾਮੀਟਰ ਦੇ ਵਿੱਚ, ਪੈਮਾਨੇ ਵਿੱਚ, ਉਹ 5 ਤਰ੍ਹਾਂ ਦੀ ਸਿੱਖੀ ਦੇ ਵਿੱਚੋਂ ਸਾਡਾ ਕਿਹੜਾ ਲੈਵਲ ਹੈ, ਅਸੀਂ ਕਿਹੜੀ ਸਿੱਖੀ ਵਿੱਚ ਹਾਂ। ਉਹ 5 ਤਰ੍ਹਾਂ ਦੀ ਜਿਹੜੀ ਸਿੱਖੀ ਹੈ, ਹੇ ਭਰਾਵੋ ਕਲਗੀਧਰ ਜੀ ਭਾਈ ਸ਼ਬਦ ਨਾਲ ਸੰਬੋਧਨ ਕਰਦੇ ਸਿੱਖਾਂ ਨੂੰ। ਭਰਾਵੋ ਭਾਈਓ ਸੁਣੋ, 5 ਤਰ੍ਹਾਂ ਦੀ ਸਿੱਖੀ ਹੈ। ਧੰਦੇ ਕੀ ਇੱਕ ਦੇਖਾ ਦੇਖੀ। ਇੱਕ ਹੈ ਧੰਦੇ ਦੀ ਸਿੱਖੀ, ਦੂਜੀ ਹੈ ਦੇਖਾ ਦੇਖੀ ਦੀ। ਹਿਰਸੀ ਤ੍ਰੈ ਸਿੱਧ ਕੀ ਅਵਰੇਖੀ। ਤੀਸਰੀ ਹੈ ਹਿਰਸ ਦੀ, ਤੇ ਚੌਥੀ ਹੈ ਸਿਦਕ ਦੀ। ਪੰਚਮ ਅਹੇ ਭਾਵ ਕੀ ਭਲੇ। ਤੇ 5ਵੀਂ ਸਿੱਖੀ ਹੈ ਭਾਵ ਦੀ। ਭਾਵ ਨਾਮ ਹੁੰਦਾ ਪ੍ਰੇਮ ਦਾ। ਇਹ 5 ਤਰ੍ਹਾਂ ਦੀ ਸਿੱਖੀ ਹੈ। ਧੰਦੇ ਦੀ ਹੈ, ਦੇਖਾ ਦੇਖੀ ਦੀ, ਤੀਜੀ ਹਿਰਸ ਦੀ, ਚੌਥੀ ਸਿਦਕ ਦੀ, ਔਰ 5ਵੀਂ ਭਾਵ ਦੀ, ਪ੍ਰੇਮ ਦੀ। ਇਹ 5 ਤਰ੍ਹਾਂ ਦੀ, 5 ਪ੍ਰਕਾਰ ਦੀ ਸਿੱਖੀ ਹੈ। ਪ੍ਰਥਮਾ ਇਮ ਜਿਮ ਪਾਈ ਚਲੇ। ਪਹਿਲੀ ਸਿੱਖੀ ਜਿਹੜੀ ਦੱਸੀ ਹੈ ਦੇਖਾ ਦੇਖੀ ਦੀ, ਉਹ ਇਸ ਪ੍ਰਕਾਰ ਨਾਲ ਹੈ ਕਿ ਮੰਨ ਲਓ ਵੀ ਮੇਰੇ ਨਾਲ ਦੇ ਮੇਰੇ ਰਿਸ਼ਤੇਦਾਰ, ਮੇਰੇ ਭਰਾ, ਸੰਬੰਧੀ, ਉਹ ਸਾਰੇ ਸਿੱਖ ਬਣ ਗਏ। ਪਹਿਲੀ ਧੰਦੇ ਦੀ ਸਿੱਖੀ ਜਿਹੜੀ ਹੈ ਨਾ, ਉਹ ਇਹ ਹੈ। ਦੂਜੀ ਦੇਖਾ ਦੇਖੀ। ਧੰਦੇ ਦੀ ਕਿਹੜੀ ਹੈ ਵੀ ਮੇਰੇ ਨਾਲ ਦੇ ਮੇਰੇ ਰਿਸ਼ਤੇਦਾਰ, ਮੇਰੇ ਭਰਾ, ਸਾਰੇ ਸੰਬੰਧੀ, ਉਹ ਸਾਰੇ ਸਿੱਖ ਬਣ ਗਏ ਨੇ। ਸਭ ਸਗੁਰੇ ਮੁਝ ਨਿਗੁਰਾ ਕਹੇ। ਸਾਰੇ ਗੁਰੂ ਵਾਲੇ ਬਣ ਗਏ ਨੇ, ਮੈਂ ਕੱਲਾ ਨਗੁਰਾ ਹੋ ਗਿਆ ਵਿੱਚ। ਹੁਣ ਮੈਨੂੰ ਇਹ ਸਾਰੇ ਨਗੁਰਾ ਆਖਣਗੇ ਵੀ ਮੇਰੇ ਭਰਾ, ਮੇਰੇ ਚਾਚੇ, ਤਾਏ, ਸੰਬੰਧੀ ਸਾਰੇ ਹੀ ਅੰਮ੍ਰਿਤਧਾਰੀ ਹੋ ਗਏ ਨੇ, ਸਾਰੇ ਗੁਰੂ ਵਾਲੇ ਹੋ ਗਏ ਨੇ। ਤੇ ਹੁਣ ਇਹ ਮੈਨੂੰ ਨਗੁਰਾ ਕਹਿਣਗੇ, ਸਾਰੇ ਗੁਰੂ ਵਾਲੇ ਹਨ। ਲੈ ਸਿੱਖੀ ਧੰਦੇ ਕੀ ਆਹੇ। ਉਹ ਵੀ ਫਿਰ ਵੇਖ ਕੇ ਰਿਸ਼ਤੇਦਾਰਾਂ ਨੂੰ ਸਿੱਖੀ ਗ੍ਰਹਿਣ ਕਰ ਲਵੇ, ਜਾ ਕੇ ਸਿੱਖੀ ਨੂੰ ਧਾਰਨ ਕਰ ਲਵੇ ਵੀ ਚਲੋ ਸਾਰੇ ਰਿਸ਼ਤੇਦਾਰਾਂ ਨੇ ਅੰਮ੍ਰਿਤ ਛਕਿਆ, ਮੈਂ ਵੀ ਛਕ ਲੈਣਾ। ਇਹਨੂੰ ਕਹਿੰਦੇ ਆ ਧੰਦੇ ਦੀ ਸਿੱਖੀ। ਧੰਦੇ ਦੀ ਕਿਉਂ ਹੈ? ਕਿਉਂਕਿ ਸੰਬੰਧੀਆਂ ਨਾਲੋਂ ਨਾਤਾ ਟੁੱਟ ਜਾਣਾ। ਉਹਨਾਂ ਨੇ ਕਹਿਣਾ ਚੱਲ ਨਗੁਰਿਆ, ਸਾਡੇ ਨਹੀਂ ਵਿੱਚ ਨਹੀਂ ਬਹਿਣਾ। ਤੇ ਜਦੋਂ ਰਿਸ਼ਤੇਦਾਰਾਂ ਸੰਬੰਧੀਆਂ 'ਚ ਬੈਠਣਾ ਉੱਠਣਾ ਖਤਮ ਹੋ ਜਾਏਗਾ, ਤੇ ਫਿਰ ਕੰਮਕਾਰ ਕਿਵੇਂ ਚੱਲਣਗੇ? ਭਰਾਵਾਂ ਨਾਲ ਕੰਮਕਾਰ ਚੱਲਦੇ ਆ, ਸੰਬੰਧੀਆਂ ਨਾਲ ਵਪਾਰ ਚੱਲਦੇ ਆ, ਕੰਮਕਾਰਾਂ ਵਿੱਚ ਸਾਂਝਾਂ ਨੇ, ਉਹ ਚੱਲਣੀਆਂ ਨਹੀਂ। ਇਸ ਕਰਕੇ ਇਹਨੂੰ ਧੰਦੇ ਦੀ ਸਿੱਖੀ ਕਹਿੰਦੇ ਹਨ। ਕੋ ਇੱਕ ਸਿੱਖ ਬਨਿਓ ਕਹਿ ਦੇਖਾ। ਫਿਰ ਦੂਜੀ ਸਿੱਖੀ ਜਿਹਨੂੰ ਦੇਖਾ ਦੇਖੀ ਦੀ ਕਹਿੰਦੇ। ਪਹਿਲੀ ਧੰਦੇ ਦੀ ਦੱਸ ਦਿੱਤੀ ਵੀ ਸਾਰੇ ਰਿਸ਼ਤੇਦਾਰਾਂ ਨੇ ਅੰਮ੍ਰਿਤ ਛਕ ਲਿਆ, ਤਾਂ ਵੀ ਮੈਂ ਵੀ ਛਕ ਲਿਆ ਜੀ। ਔਰ ਅੰਮ੍ਰਿਤ ਦੀ ਮਹਿਮਾ ਦਾ ਨਹੀਂ ਪਤਾ ਕਿ ਗੁਰੂ ਵਾਲੇ ਬਣਨ ਦੀ ਮਹਿਮਾ ਕੀ ਹੈ, ਗੁਰੂ ਦੀ ਵਡਿਆਈ ਕੀ ਹੈ। ਬਸ ਰਿਸ਼ਤੇਦਾਰਾਂ ਨੇ ਛਕਿਆ ਸੀ ਜੀ, ਵੇਖ ਕੇ ਅਸੀਂ ਵੀ ਛਕ ਲਿਆ। ਰਿਸ਼ਤੇਦਾਰਾਂ ਨੇ ਲਾਈਆਂ ਕਿਰਪਾਨਾਂ ਤੇ ਅਸੀਂ ਵੀ ਲਾਤੀਆਂ। ਆਹੀ ਕੁਝ ਹੁੰਦਾ ਅੱਜ ਕੱਲ੍ਹ ਸਾਡੇ ਸਮਾਜ ਵਿੱਚ। ਬਹੁਤ ਸਾਰੇ ਇੱਦਾਂ ਹੀ ਕਰਦੇ ਆ ਨਾ। ਧੰਦੇ ਦੀ ਸਿੱਖੀ ਵਾਲੇ ਵੀ ਬੜੇ ਹੁੰਦੇ ਆ। ਦੂਜੀ ਹੁੰਦੀ ਹੈ ਦੇਖਾ ਦੇਖੀ ਦੀ ਸਿੱਖੀ। ਦੇਖਾ ਦੇਖੀ ਦੀ ਸਿੱਖੀ ਕਿਹੜੀ ਹੈ ਕਿ ਮੰਨ ਲਓ ਕਿਸੇ ਇੱਕ ਅੱਧੇ ਸਿੱਖ ਨੂੰ ਸਿੱਖ ਬਣਿਆ ਵੇਖਿਆ, ਜਿਹੜਾ ਪਹਿਲਾਂ ਸਿੱਖ ਨਹੀਂ ਸੀ, ਸਾਡੇ ਵੇਖਦਿਆਂ ਵੇਖਦਿਆਂ ਉਹ ਸਿੱਖ ਬਣਿਆ। ਸਦਨ ਪਦਾਰਥ ਭਲੇ ਵਿਸ਼ੇਖਾ। ਸਿੱਖੀ ਧਾਰਨ ਕਰਨ ਤੋਂ ਪਹਿਲਾਂ ਉਹਦੇ ਘਰ 'ਚ ਗਰੀਬੀ ਸੀ,
ਘਰ ਦੇ ਵਿੱਚ ਪਦਾਰਥ ਨਹੀਂ ਸੀ। ਜਦੋਂ ਉਹਨੇ ਸਿੱਖੀ ਧਾਰਨ ਕੀਤੀ ਉਹਨੂੰ ਰੰਗ ਲੱਗ ਗਏ। ਘਰ 'ਚ ਧਨ ਧਾਮ ਪਦਾਰਥ ਜਿਹੜੇ ਨੇ ਉਹ ਵੱਧ ਗਏ। ਸੁਤ ਬਿਤ ਪਤੀ ਦੁੱਧ ਆਦਰ ਆਦ। ਪੁੱਤਰ ਧਨ ਬਹੁਤ ਕੁਝ, ਜੋ ਕੁਝ ਚਾਹੀਦੀਆਂ ਨੇ ਲੋੜਾਂ ਉਹਦੀਆਂ ਸਾਰੀਆਂ ਪੂਰੀਆਂ ਹੋ ਗਈਆਂ। ਸਰਬ ਪ੍ਰਕਾਰ ਹੇਰ ਐਲਾਦ। ਉਹਨੂੰ ਵੇਖ ਕੇ ਵੀ ਉਹ ਸਾਰੇ ਪ੍ਰਕਾਰ ਨਾਲ ਖੁਸ਼ ਆ ਵੀ ਜਦੋਂ ਦਾ ਉਹਨੇ ਅੰਮ੍ਰਿਤ ਛਕਿਆ, ਜਦੋਂ ਦਾ ਉਹ ਸਿੱਖ ਬਣਿਆ, ਉਹਦੇ ਰੰਗ ਹੀ ਬਦਲ ਗਏ ਨੇ, ਉਹਦੇ ਤਾਂ ਭਾਗ ਲੱਗ ਗਏ ਨੇ, ਉਹਨੂੰ ਤਾਂ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹੀ। ਜਦੋਂ ਇਸ ਤਰ੍ਹਾਂ ਵੇਖਿਆ ਲੋਭ ਪਦਾਰਥ ਕੋ ਮਨ ਭਇਓ। ਤੇ ਵੇਖ ਕੇ ਇਹਦੇ ਮਨ 'ਚ ਵੀ ਲਾਲਚ ਆ ਜਾਏ ਵੀ ਜੇ ਮੈਂ ਸਿੱਖ ਬਣ ਜਾ ਤੇ ਮੈਨੂੰ ਵੀ ਇਹ ਸਾਰਾ ਕੁਝ ਮਿਲ ਜਾਏਗਾ। ਕਿਸੇ ਇੱਕ ਸਿੱਖ ਨੂੰ ਵੇਖਿਆ ਜਿਹੜਾ ਪਹਿਲਾਂ ਗਰੀਬ ਸੀ, ਜਦੋਂ ਉਹਨੇ ਸਿੱਖੀ ਧਾਰਨ ਕੀਤੀ ਉਹਦੇ ਘਰ 'ਚ ਧਨ ਸੰਪਦਾ ਵਿਭੂਤੀ ਸਾਰਾ ਸੁੱਖ, ਉਹਨੂੰ ਸਾਰੀਆਂ ਸਹੂਲਤਾਂ ਪ੍ਰਾਪਤ ਹੋ ਗਈਆਂ। ਉਹਨੂੰ ਵੇਖ ਕੇ ਇਹਦੇ ਮਨ 'ਚ ਵੀ ਲਾਲਚ ਆ ਜਾਏ, ਲੋਭ ਆ ਜਾਏ ਕਿ ਫਲਾਣੇ ਨੇ ਸਿੱਖੀ ਧਾਰਨ ਕੀਤੀ, ਉਹਦੇ ਘਰ ਰੰਗ ਨਿਆਰੇ ਹੋ ਗਏ, ਜਦੋਂ ਦਾ ਉਹ ਸਿੱਖ ਬਣਿਆ ਤੇ ਮੈਂ ਵੀ ਹੁਣ ਸਿੱਖ ਬਣ ਜਾ, ਮੈਂ ਵੀ ਸਿੱਖੀ ਧਾਰਨ ਕਰ ਲਵਾਂ। ਇਹਨੂੰ ਕਹਿੰਦੇ ਨੇ ਦੇਖਾ ਦੇਖੀ ਦੀ ਸਿੱਖੀ। ਤੇ ਮੇਰੇ ਖਿਆਲ ਵਿੱਚ ਇਹ ਦੇਖਾ ਦੇਖੀ ਵਾਲੀ ਜਿਹੜੀ ਸਿੱਖੀ ਹੈ ਇਹ ਸਭ ਤੋਂ ਵੱਧ ਹੋਵੇਗੀ। ਅਸੀਂ ਵੀ ਸਿੱਖੀ ਇਸੇ ਕਰਕੇ ਹੀ ਧਾਰਨ ਕਰਦੇ ਹਾਂ ਵੀ ਆਹ ਵੀ ਪਦਾਰਥ ਸਾਨੂੰ ਮਿਲਣ, ਸਿੱਖ ਅਸੀਂ ਤਾਂ ਬਣੇ ਆ, ਸਾਨੂੰ ਆਹ ਵੀ ਚੀਜ਼ਾਂ ਮਿਲਣ, ਸਹੂਲਤਾਂ ਪ੍ਰਾਪਤ ਹੋਣ, ਸੁੱਖ ਪ੍ਰਾਪਤ ਹੋਣ। ਤੇ ਦੇਖਾ ਦੇਖੀ ਦੀ ਜਿਹੜੀ ਸਿੱਖੀ ਹੈ ਇਸ ਨੂੰ ਕਹਿੰਦੇ ਹਨ ਗੁਰ ਕੋ ਸਿੱਖ ਹੋਏ ਸੋ ਗਇਓ। ਵੇਖ ਕੇ ਉਹਨੂੰ ਭਾਗ ਲੱਗੇ ਨੇ, ਜਦੋਂ ਦਾ ਸਿੱਖ ਬਣਿਆ ਮੈਂ ਵੀ ਸਿੱਖ ਬਣ ਜਾ ਕੇ ਗੁਰੂ ਕਾ ਸਿੱਖ ਹੋ ਗਿਆ, ਗੁਰੂ ਕੀ ਸਿੱਖੀ ਧਾਰਨ ਕਰ ਲਈ। ਇਹ ਸਿੱਖੀ ਹੈ ਦੇਖਾ ਦੇਖੀ। ਇਹਨੂੰ ਦੇਖਾ ਦੇਖੀ ਦੀ ਸਿੱਖੀ ਕਹਿੰਦੇ। ਇਹ ਦੇਖਾ ਦੇਖੀ ਦੀ ਸਿੱਖੀ ਕਹੀ ਜਾਂਦੀ ਹੈ। ਰਹੀ ਪਦਾਰਥ ਚਾਹ ਵਿਸ਼ੇਖੀ। ਮਨ 'ਚ ਪਦਾਰਥਾਂ ਦੀ ਚਾਹਨਾ ਰਹੀ, ਮਨ 'ਚ ਵਸਤੂਆਂ ਦੀ ਇੱਛਾ ਰਹੀ ਵੀ ਇਹ ਵੀ ਪਦਾਰਥ ਹੋਣ, ਇਹ ਵੀ ਪਦਾਰਥ ਹੋਣ। ਇਹੋ ਜਿਹੇ ਵੀ ਕਈ ਸੱਜਣ ਵੇਖੇ ਨੇ। ਉਹਨਾਂ ਆਖਿਆ ਵੀ ਗੁਰਦੁਆਰਾ ਘਰ ਵਿੱਚ, ਗੁਰੂ ਘਰਾਂ ਵਿੱਚ ਡਿਊਟੀ ਮਿਲਦੀ ਅੰਮ੍ਰਿਤਧਾਰੀ ਨੂੰ, ਕੇਸ ਕੱਟੇ ਹੁੰਦੇ ਐ, ਮੁੜ ਕੇ ਕੇਸ ਰੱਖ ਲਏ, ਫਿਰ ਅੰਮ੍ਰਿਤ ਛਕ ਲਿਆ, ਅੰਮ੍ਰਿਤਧਾਰੀ ਦਾ ਸਰਟੀਫਿਕੇਟ ਮਿਲ ਗਿਆ, ਡਿਊਟੀ ਲੱਗ ਗਏ। ਵੀ ਵੇਖੋ ਜੀ ਬਹੁਤ ਸਾਰੀ ਵਧੀਆ ਤਨਖਾਹਾਂ ਮਿਲਦੀਆਂ ਨੇ, ਚੰਗੀ ਡਿਊਟੀ ਕਰਦੇ ਨੇ, ਗੁਰਦੁਆਰਿਆਂ 'ਚ ਰਹਿਣ ਨੂੰ ਕੁਆਟਰ ਮਿਲੇ ਹੋਏ ਨੇ, ਤੋ ਵੇਖਾ ਵੇਖੀ ਬਣ ਗਏ ਕਈ। ਪਰ ਅਚਾਨਕ ਜਦੋਂ ਕਿਤੇ ਉਹ ਨੌਕਰੀ ਛੱਡਦੇ ਆ, ਮੁੜ ਕੇ ਫਿਰ ਪਤਿਤ ਹੁੰਦੇ ਵੀ ਵੇਖੇ ਨੇ। ਛੱਡ ਕੇ ਗਏ ਨੌਕਰੀ, ਨਾਲ ਹੀ ਕੇਸ ਕਤਲ ਕਰਾ ਦਿੱਤੇ। ਕੇਵਲ ਪਦਾਰਥਾਂ ਦੀ ਤਾਂਘ ਰੱਖ ਕੇ ਸਿੱਖੀ ਧਾਰਨ ਕੀਤੀ। ਇਹਨੂੰ ਦੇਖਾ ਦੇਖੀ ਦੀ ਸਿੱਖੀ ਕਹਿੰਦੇ। ਹਾਂਜੀ। ਸਤਿਗੁਰ ਸ਼ਬਦ ਨ ਪਰਚਾ ਪਾਇਓ। ਸਤਿਗੁਰੂ ਜੀ ਦੇ ਸ਼ਬਦ ਨਾਲ ਕੋਈ ਪ੍ਰੇਮ ਨਹੀਂ ਪਾਇਆ। ਪਰਚੇ ਦਾ ਮਤਲਬ ਹੁੰਦਾ ਪ੍ਰੇਮ। ਵੇਖਾ ਵੇਖੀ ਸਿੱਖੀ ਧਾਰ ਲਈ ਵੀ ਫਲਾਣੇ ਨੂੰ ਤਾਂ ਭਾਗ ਲੱਗ ਗਏ ਜਦੋਂ ਦਾ ਸਿੱਖ ਬਣਿਆ ਤੇ ਮੈਂ ਵੀ ਬਣ ਜਾ। ਬਣ ਗਿਆ, ਪਦਾਰਥਾਂ ਦੀ ਇੱਛਾ ਰੱਖੀ ਮਨ 'ਚ। ਗੁਰੂ ਪਾਤਸ਼ਾਹ ਦਾ ਜੋ ਸ਼ਬਦ ਹੈ, ਗੁਰਬਾਣੀ ਹੈ, ਉਹਦੇ ਨਾਲ ਪਰਚਾ ਨਹੀਂ ਪਾਇਆ, ਯਾਨੀ ਕਿ ਗੁਰਬਾਣੀ ਨਾਲ ਪ੍ਰੇਮ ਨਹੀਂ ਪਾਇਆ। ਗੁਰ ਸਰੂਪ ਨੇ ਹਿਰਦੇ ਬਸਾਇਓ। ਸਤਿਗੁਰੂ ਜੀ ਦਾ ਸਰੂਪ ਆਪਣੇ ਹਿਰਦੇ 'ਚ ਨਹੀਂ ਵਸਾਇਆ। ਤੀਜੀ ਹਿਰਸੀ ਸਿੱਖੀ ਜਾਨੋ। ਇਹ ਗੁਰੂ ਖਾਲਸਾ ਜੀ ਹਿਰਸ ਦੀ ਸਿੱਖੀ ਕਹੀ ਜਾਂਦੀ ਹੈ। ਬਹੁਤ ਜੋ ਕਰੇ ਕਰਨ ਸੋ ਠਾਨੋ। ਕਿ ਜੀ ਬਹੁਤਿਆਂ ਨੇ ਸਿੱਖੀ ਧਾਰ ਲਈ ਹੈ ਤੇ ਮੈਂ ਵੀ ਧਾਰ ਲਈ। ਇਹਨੂੰ ਹਿਰਸ ਦੀ ਸਿੱਖੀ ਕਹਿੰਦੇ। ਤੀਜੀ ਵੀ ਬਹੁਤ ਜਾਣੇ ਸਿੱਖ ਬਣ ਗਏ ਜੀ। ਵੇਖੋ ਹਜ਼ਾਰਾਂ ਲੋਕਾਂ ਨੇ ਅੰਮ੍ਰਿਤ ਛਕ ਲਿਆ। 1999 300 ਸਾਲ ਆਇਆ ਸੀ ਨਾ ਖਾਲਸੇ ਦਾ ਸਾਜਣਾ ਦਿਵਸ। ਆਪ ਜੀ ਨੇ ਦਰਸ਼ਨ ਕੀਤੇ। ਉਹ ਸ਼ਤਾਬਦੀ ਬੜੇ ਵੱਡੇ ਪੱਧਰ ਤੇ ਸ੍ਰੀ ਅਨੰਦਪੁਰ ਸਾਹਿਬ ਬਣਾਈ ਗਈ। ਉਦੋਂ ਲੱਖਾਂ ਨੇ ਅੰਮ੍ਰਿਤ ਛਕਿਆ ਸੀ। 300 ਸਾਲੇ ਤੇ ਬੜੇ ਅੰਮ੍ਰਿਤਧਾਰੀ ਹੋਏ ਸੀ। ਪਰ ਬਾਅਦ ਵਿੱਚ ਜਦੋਂ ਪਤਾ ਕੀਤਾ ਵੀ ਹੁਣ ਕਿੱਥੇ ਨੇ, ਉਹ ਜਿਹੜੇ ਲੱਖਾਂ ਦੇ ਹਿਸਾਬ ਨਾਲ ਸਨ, ਮੁੜ ਕੇ ਗਿਣਤੀ ਦੇ ਹੀ ਰਹਿ ਗਏ। ਇਹਨੂੰ ਕਹਿੰਦੇ ਆ ਵੀ ਬਹੁਤਿਆਂ ਨੇ ਅੰਮ੍ਰਿਤ ਛਕਿਆ, ਵੇਖ ਕੇ ਚਲੋ ਜੀ ਅਸੀਂ ਵੀ ਛਕ ਲਈਏ। ਪਿੰਡ ਦੇ ਵਿੱਚ 100 ਬੰਦਾ ਛਕਣ ਲੱਗਾ
ਚਲੋ ਅਸੀਂ ਵੀ ਨਾਲ ਛਕ ਲਈਏ। ਬਹੁਤਿਆਂ ਨੂੰ ਵੇਖ ਕੇ ਸਿੱਖੀ ਧਾਰਨ ਕਰ ਲਈ, ਉਹਨੂੰ ਹਿਰਸ ਦੀ ਸਿੱਖੀ ਕਹਿੰਦੇ ਹਨ। ਇਹ ਤੀਜੀ ਸਿੱਖੀ ਹੈ। ਸੋਜੀ ਕੁਝ ਨਾ ਆਪ ਕੋ ਆਈ। ਆਪ ਨੂੰ ਕੋਈ ਸੋਝੀ ਨਹੀਂ ਆਈ ਕਿ ਸਿੱਖੀ ਦੀ ਮਹਿਮਾ ਕੀ ਹੈ, ਗੁਰਸਿੱਖੀ ਕੀ ਹੈ, ਗੁਰਸਿੱਖੀ ਦੀ ਵਡਿਆਈ ਕੀ ਹੈ। ਵਾਲੋਂ ਨਿੱਕੀ ਆਖੀ ਹੈ, ਖੰਡੇ ਨਾਲੋਂ ਸੁਣੀਆਂ ਤਿੱਖੀ। ਇਹ ਨਹੀਂ ਸੀ ਪਤਾ ਵੀ ਸਿੱਖੀ ਤਾਂ ਆਹ ਹੈ। ਸਿੱਖੀ ਦਾ ਰਾਹ ਤਾਂ ਇਹ ਹੈ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਇਹ ਨਹੀਂ ਸੀ ਜਾਣਿਆ। ਬਸ ਬਹੁਤੇ ਸਿੱਖ ਬਣੇ ਵੇਖ ਕੇ ਅਸੀਂ ਵੀ ਬਣ ਗਏ। ਇਹ ਹਿਰਸ ਦੀ ਸਿੱਖੀ ਕਹੀ ਜਾਂਦੀ ਹੈ। ਸਿੱਖੀ ਦੀ ਮਹਿਮਾ ਨੂੰ, ਗੁਰਸਿੱਖੀ ਦੀ ਵਡਿਆਈ ਨੂੰ ਨਹੀਂ ਜਾਣਿਆ। ਇਹ ਬੇਨਤੀ ਮੈਂ ਅਕਸਰ ਕਰਦਾ ਹੁੰਨਾ, ਪਰ ਹੁਣ ਮੈਂ ਖਾਸ ਕਰਕੇ ਅਨੁਭਵ ਕੀਤਾ ਕਿ ਸਿੱਖੀ ਦਾ ਬੋਧ, ਕਿ ਸਿੱਖੀ ਕੀ ਹੈ, ਇਹਦੀ ਪੂਰੀ ਪਰਿਭਾਸ਼ਾ ਸਮਝਣੀ ਹੋਵੇ, ਸਿੱਖੀ ਦੀ ਵਡਿਆਈ ਜਾਣਨੀ ਹੋਵੇ, ਸਿੱਖੀ ਦੀ ਸੋਭਾ ਜਾਣਨੀ ਹੋਵੇ, ਸਿੱਖੀ ਕੈਸੀ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹੇ ਬਿਨਾਂ ਨਹੀਂ ਪਤਾ ਲੱਗ ਸਕਦਾ। ਪਿਛਲੇ ਕੁਝ ਦਿਨਾਂ ਤੋਂ ਭਾਈ ਸਾਹਿਬ ਦੀ ਬਾਣੀ ਦੀ ਅਸੀਂ ਕਥਾ ਕਰ ਰਹੇ ਹਾਂ। ਹੈਰਾਨ ਹੋ ਜਾਈਦਾ ਕਿ ਗੁਰਸਿੱਖੀ ਇਤਨਾ ਡੂੰਘਾ ਭਾਵ ਹੈ ਗੁਰਸਿੱਖੀ ਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹੇ ਬਿਨਾਂ ਸਿੱਖੀ ਦੀ ਮਹਿਮਾ ਦਾ ਨਹੀਂ ਪਤਾ ਲੱਗਦਾ। ਘਰ ਘਰ ਵਿੱਚ ਹਰ ਸਿੱਖ ਨੂੰ ਭਾਈ ਗੁਰਦਾਸ ਜੀ ਦੀ ਬਾਣੀ ਦਾ ਪਠਨ ਪਾਠਨ ਕਰਨਾ ਚਾਹੀਦਾ, ਵਿਚਾਰਨਾ ਚਾਹੀਦਾ। ਭਾਈ ਸਾਹਿਬ ਦੀ ਬਾਣੀ ਦੀ ਕਥਾ ਸਰਵਣ ਕਰਨੀ ਚਾਹੀਦੀ ਹੈ, ਤਾਂ ਪਤਾ ਲੱਗਦਾ ਕਿ ਸਿੱਖੀ ਕੈਸੀ। ਔਰ ਸਿੱਖ ਦੀ ਭਾਈ ਸਾਹਿਬ ਜਦੋਂ ਲਿਖਦੇ ਆ ਨਾ, ਉਹ ਦੱਸਦੇ ਕਹਿੰਦੇ ਬੜੇ ਬੜੇ ਦੇਵਤੇ, ਬੜੇ ਬੜੇ ਪੈਗੰਬਰ, ਬੜੇ ਬੜੇ ਅਵਤਾਰ, ਔਲੀਏ ਸਭ ਦਾ ਜ਼ਿਕਰ ਕਰਦਿਆਂ ਫਿਰ ਕਹਿੰਦੇ ਜਿਹੜੀ ਗੁਰੂ ਕੀ ਸਿੱਖੀ ਨਾ ਸਾਰਿਆਂ ਤੋਂ ਸ੍ਰੇਸ਼ਟ ਤੇ ਸਰਵੋਤਮ ਹੈ। ਉਹ ਕਹਿੰਦੇ ਗੁਰ ਸਿੱਖੀ ਤੋਂ ਉੱਤਮ ਕੁਝ ਵੀ ਨਹੀਂ, ਗੁਰ ਸਿੱਖ ਤੋਂ ਉੱਤਮ ਕੁਝ ਵੀ ਨਹੀਂ। ਏਡਾ ਵੱਡਾ ਮਾਣ ਗੁਰਸਿੱਖੀ ਨੂੰ ਭਾਈ ਗੁਰਦਾਸ ਜੀ ਦਿੰਦੇ, ਕਿਉਂਕਿ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਕੋਲ ਰਹਿ ਕੇ ਸਿੱਖਿਆ। ਖੈਰ ਮਹਾਰਾਜ ਜੀ ਦੱਸ ਰਹੇ ਨੇ, ਕਹਿੰਦੇ ਸਿੱਖੀ ਦਾ ਪਤਾ ਨਹੀਂ, ਬਹੁਤਿਆਂ ਨੇ ਸਿੱਖੀ ਧਾਰੀ ਵੇਖ ਕੇ ਅਸੀਂ ਵੀ ਧਾਰ ਲਈ। ਉਹਨੂੰ ਕਹਿੰਦੇ ਆ ਹਿਰਸ ਦੀ ਸਿੱਖੀ। ਇਹ ਤੀਜੀ ਸਿੱਖੀ ਕਹੀ ਜਾਂਦੀ ਹੈ। ਨਹੀਂ ਸੀਖ ਲੈ ਗੁਰਮਤਿ ਪਾਈ। ਸਿੱਖਿਆ ਲੈ ਕੇ ਗੁਰੂ ਦੀ ਮੱਤ ਧਾਰਨ ਨਹੀਂ ਕੀਤੀ। ਸਿੱਖ ਤਾਂ ਉਹੀ ਹੈ ਨਾ ਜਿਹੜਾ ਗੁਰਮਤਿ ਨੂੰ ਹਿਰਦੇ 'ਚ ਧਾਰਨ ਕਰੇ। ਗੁਰੂ ਕੀ ਮੱਤ ਨੂੰ ਸੁਣ ਕੇ ਹਿਰਦੇ 'ਚ ਵਸਾਇਆ ਨਹੀਂ। ਸਾਡਾ ਜਿਹੜਾ ਮਨ ਹੈ ਨਾ, ਇਹ ਹੀਰਾ ਹੈ। ਹੀਰੇ ਨੂੰ ਕੱਟਣਾ ਹੋਵੇ, ਹੀਰੇ ਨੂੰ ਤੋੜਨਾ ਹੋਵੇ, ਘਣ ਨਾਲ ਨਹੀਂ ਤੋੜਿਆ ਜਾ ਸਕਦਾ। ਹੀਰਾ ਇੰਨਾ ਸਖਤ ਹੁੰਦਾ ਵੀ ਜੇ ਕਣ ਨਾਲ ਕੋਈ ਤੋੜਨਾ ਚਾਹੇ ਤੇ ਉਹ ਕਣ ਦੇ ਹਥੋੜੇ ਨਾਲ ਚਿੰਬੜ ਜਾਂਦਾ, ਪਰ ਟੁੱਟਦਾ ਨਹੀਂ, ਉਹਦੇ ਵਿੱਚ ਖੁੱਭ ਜਾਂਦਾ, ਇੰਨਾ ਸਖਤ ਹੁੰਦਾ। ਹੀਰੇ ਨੂੰ ਕਿਵੇਂ ਵਿੰਨਿਆ ਜਾਂਦਾ? ਉਹਦੇ 'ਚ ਛੇਕ ਪਾਣਾ ਹੋਵੇ, ਉਹਨੂੰ ਕੁਰੇਦਣਾ ਹੋਵੇ। ਕਿਵੇਂ? ਹੀਰੇ ਦੀ ਇੱਕ ਕਣੀ ਲੈ ਕੇ ਲੋਹੇ ਦੇ ਵਰਮੇ ਤੇ ਲਾਣੀ ਪੈਂਦੀ ਹੈ। ਉਹ ਲੋਹੇ ਦੇ ਵਰਮੇ ਤੇ ਉਹ ਕਣੀ ਲਾ ਕੇ ਨਾ ਫਿਰ ਉਹਨੂੰ ਕੱਟਿਆ ਜਾਂਦਾ, ਫਿਰ ਉਹ ਵਿੰਨਿਆ ਜਾਂਦਾ। ਕਹਿੰਦੇ ਜਿਹੜਾ ਸਾਡਾ ਮਨ ਹੈ ਹੀਰਾ ਹੈ, ਤੇ ਜਿਹੜੀ ਗੁਰੂ ਕੀ ਮੱਤ ਹੈ ਇਹ ਵੀ ਹੀਰਾ ਹੈ। ਗੁਰੂ ਦੀ ਮੱਤ ਦੇ ਹੀਰੇ ਨਾਲ ਜਦੋਂ ਇਸ ਮਨ ਰੂਪੀ ਹੀਰੇ ਨੂੰ ਵਿੰਨਾਂਗੇ, ਫਿਰ ਇਹਦੇ ਵਿੱਚ ਗੁਰੂ ਕਾ ਸ਼ਬਦ ਵਸੇਗਾ, ਗੁਰੂ ਕੇ ਸ਼ਬਦ ਨੂੰ ਪਰੋਵਾਂਗੇ। ਪਰ ਜਿਹਨੇ ਵੇਖਾ ਵੇਖੀ ਸਿੱਖੀ ਧਾਰਨ ਕਰ ਲਈ, ਵੀ ਬਹੁਤਿਆਂ ਨੇ ਅੰਮ੍ਰਿਤ ਛਕਿਆ, ਅਸੀਂ ਵੀ ਛਕ ਲਿਆ। ਕਕਾਰ ਫਰੀ ਮਿਲਦੇ ਸੀ, ਅਸੀਂ ਵੀ ਛਕ ਲਿਆ। ਕਹਿੰਦੇ ਪਰ ਸਿੱਖੀ ਤੇ ਗੁਰੂ ਕੀ ਮੱਤ ਨੂੰ ਜਾਣਿਆ ਹੀ ਨਹੀਂ ਕਿ ਗੁਰਮੱਤ ਕੀ ਹੈ। ਇੱਦਾਂ ਦੇ ਫਿਰ ਜਿਹੜੇ ਕਈ ਸੱਜਣ ਹੁੰਦੇ ਆ, ਉਹਨਾਂ ਦੇ ਗਾਤਰੇ ਕਿਰਪਾਨ ਵੀ ਹੁੰਦੀ ਆ ਤੇ ਕਰਮ ਮਨਮੁਖਾਂ ਵਾਲੇ ਕਰਦੇ ਵੀ ਉਹ ਦਿਸਦੇ ਆ। ਆਮ ਤੁਸੀਂ ਵੇਖੋਗੇ ਗਾਤਰੇ ਕਿਰਪਾਨ ਵੀ ਹੋਵੇਗੀ ਤੇ ਕਰਮ ਮਨਮੁਖਾਂ ਵਾਲੇ, ਸਾਖਤਾਂ ਵਾਲੇ ਵੀ ਕਰਦੇ ਤੁਹਾਨੂੰ ਨਜ਼ਰ ਆਉਣਗੇ। ਅੱਜ ਕੱਲ੍ਹ ਤਾਂ ਵੀਡੀਓ ਬਣਾ ਲੈਂਦੇ ਆ ਝੱਟ। ਤੋ ਇਸ ਪ੍ਰਕਾਰ ਨਾਲ ਹੁਣ ਉਹਨਾਂ ਨੇ
ਨਾਲ ਦਿਆਂ ਦਾ ਵੇਖ ਕੇ ਧਾਰਨ ਤਾਂ ਕਰ ਲਈ, ਪਰ ਸਿੱਖੀ ਦੀ ਮਹਿਮਾ ਕੀ ਹੈ, ਸਿੱਖੀ ਦੀ ਨਿਰਮੋਲਕਤਾਈ ਕੀ ਹੈ, ਇਹਦੀ ਉੱਤਮਤਾਈ ਕੀ ਹੈ, ਉਹ ਤਾਂ ਜਾਣਿਆ ਹੀ ਨਹੀਂ ਸੀ। ਜੇ ਪਤਾ ਹੁੰਦਾ ਤੇ ਗਾਤਰੇ ਕਿਰਪਾਨ ਪਾ ਕੇ ਸ਼ਰਾਬ ਦੇ ਠੇਕੇ 'ਤੇ ਥੋੜ੍ਹੀ ਖੜਾ ਹੁੰਦਾ। ਜੇ ਪਤਾ ਹੁੰਦਾ ਵੀ ਇਹ ਜਿਹੜੀ ਮੇਰੇ ਗਾਤਰੇ ਸ਼੍ਰੀ ਸਾਹਿਬ ਹੈ, ਸੀਸ ਤੇ ਦਸਤਾਰ ਤੇ ਗੁਰਸਿੱਖੀ ਜੋ ਮੈਨੂੰ ਇਹ ਬੜੀ ਸਰਵੋਤਮ ਹੈ, ਇਹ ਰਿਸ਼ੀਆਂ ਮੁਨੀਆਂ ਪੈਗੰਬਰਾਂ ਨੂੰ ਤੋਂ ਵੀ ਉਹਨਾਂ ਨੂੰ ਵੀ ਪ੍ਰਾਪਤ ਨਹੀਂ ਹੁੰਦੀ, ਮੈਨੂੰ ਮਿਲੀ ਹੈ, ਮਹਿਮਾ ਦਾ ਪਤਾ ਹੁੰਦਾ ਤੇ ਫਿਰ ਐਸਾ ਥੋੜ੍ਹੀ ਕਰਦਾ। ਕਿਸੇ ਕਬਰ ਦੇ ਉੱਤੇ ਖਲੋ ਕੇ, ਕਿਸੇ ਪੀਰ ਦੀ ਮਜ਼ਾਰ ਦੇ ਉੱਤੇ ਖਲੋ ਕੇ ਮੱਥਾ ਥੋੜ੍ਹੀ ਟੇਕਦਾ ਹੁੰਦਾ। ਇਹ ਦਰਅਸਲ ਸਿੱਖੀ ਦੀ ਮਹਿਮਾ ਨਾ ਜਾਣਨ ਕਰਕੇ ਕੇਵਲ ਉਹ ਹਿਰਸੀ ਸਿੱਖੀ ਸੀ ਉਹਨਾਂ ਅੰਦਰ, ਜਿਸ ਕਰਕੇ ਉਹ ਸਿੱਖੀ ਦੀ ਮਹਿਮਾ ਨੂੰ ਨਹੀਂ ਜਾਣ ਸਕੇ। ਨੈ ਸੰਗਤ ਮੈਂ ਬੈਠਿਓ ਜਾਏ, ਨਾ ਕਦੇ ਸੰਗਤ ਵਿੱਚ ਆ ਕੇ ਬੈਠੇ। ਇਸ ਕਰਕੇ ਮੈਂ ਅਕਸਰ ਬੇਨਤੀ ਕਰਦਾ ਹੁੰਨਾ ਕਿ ਭਾਈ ਅੱਜ ਆਵੇ ਕੋਈ ਤੁਹਾਡੇ ਕੋਲ ਕਹੇ ਵੀ ਮੈਨੂੰ ਖੰਡੇ ਦਾ ਅੰਮ੍ਰਿਤ ਛਕਾਓ, ਕੇਸ ਉਹਦੇ ਹਾਲੇ ਕੱਟੇ ਹੋਏ ਹੋਣ, ਚਿਹਰੇ ਤੇ ਦਾੜਾ ਵੀ ਨਾ ਆਇਆ ਹੋਵੇ, ਤੇ ਉਦੋਂ ਹਾਲੇ ਸਵੇਰੇ ਕੱਲ ਸ਼ਾਮ ਨੂੰ ਨਾਈ ਕੋਲੋਂ ਕਟਾ ਕੇ ਆਇਆ ਹੋਵੇ, ਤੇ ਸਵੇਰੇ ਅਗਲੇ ਦਿਨ ਆ ਜਾਏ ਵੀ ਮੈਨੂੰ ਅੰਮ੍ਰਿਤ ਛਕਾ ਦਿਓ। ਤੇ ਮੈਂ ਐਸੇ ਵੀ ਸੱਜਣ ਵੇਖੇ ਕਹਿੰਦੇ ਆ ਜਾਓ ਛਕ ਲਓ, ਵੀ ਗਿਣਤੀ ਅਸੀਂ ਇੰਨਿਆਂ ਨੂੰ ਛਕਾਇਆ, ਉਹ ਵੀ ਬਣਾਣੀ ਹੈ। ਇਹ ਯੋਗ ਨਹੀਂ ਹੈ। ਉਹਨੂੰ ਕਹੋ ਭਾਈ ਆਇਆ ਜੀ, ਆਇਆਂ ਨੂੰ ਸਰੋਪਾ ਪਾਓ ਦੇ ਗਲ 'ਚ, ਤੂੰ ਵਾਪਸ ਮੁੜਿਆ ਘਰ ਪਰਤਿਆ, ਤੈਨੂੰ ਜੀਓ ਆਇਆਂ ਨੂੰ ਹੈ। ਪਰ ਪਹਿਲਾਂ ਥੋੜ੍ਹੇ ਜਿਹੇ ਕੇਸ ਆ ਜਾਣ ਦੇ ਸਰੀਰ 'ਤੇ, ਚਿਹਰੇ 'ਤੇ, ਸੋਹਣਾ ਲੱਗੇ, ਦਸਤਾਰ ਬੰਨ੍ਹਣੀ ਸਿੱਖ, ਸੰਗਤ ਵਿੱਚ ਆਇਆ ਕਰ, ਕਥਾ ਸੁਣਿਆ ਕਰ, ਕੀਰਤਨ ਸੁਣਿਆ ਕਰ। ਉਹ ਸਾਲ 6 ਮਹੀਨੇ ਪਹਿਲਾਂ ਸੰਗਤ ਕਰੇ, ਉਹਨੂੰ ਪਤਾ ਲੱਗੇ ਮਰਿਆਦਾ ਦਾ, ਗੁਰਬਾਣੀ ਪੜ੍ਹੇ, ਫਿਰ ਉਹਨੂੰ ਅੰਮ੍ਰਿਤ ਛਕਾਓ। ਐਸਾ ਅੰਮ੍ਰਿਤ ਨੂੰ ਇੰਨਾ ਅਸੀਂ ਸਸਤਾ ਕਰ ਦਿੱਤਾ ਹੈ ਕਿ ਇਸ ਤਰ੍ਹਾਂ ਦੀ ਪੜਤਾਲ ਹੀ ਨਹੀਂ ਰਹੀ ਸਾਡੇ ਅੰਦਰ। ਮੈਂ ਕਈ ਵਾਰੀ ਅਕਸਰ ਹੈਰਾਨ ਹੁੰਨਾ ਵੀ ਦਾੜੀ ਹਾਲੇ ਥੋੜ੍ਹੀ ਥੋੜ੍ਹੀ ਉੱਗੀ ਹੁੰਦੀ ਹੈ ਕਈਆਂ ਦੀ, ਉਹ ਕੱਟੀ ਹੋਈ ਹੁੰਦੀ ਨਾ, ਤੇ ਗਾਤਰੇ ਕਿਰਪਾਨ ਵੇਖ ਕੇ ਨਾ ਹੈਰਾਨੀ ਹੁੰਦੀ ਹੈ ਵੀ ਇਹ ਕੀ ਹੈ। ਪੁੱਛੋ, ਕਹਿੰਦੇ ਜੀ ਹਾਲੇ 5-7 ਦਿਨ ਹੀ ਪਹਿਲਾਂ ਅੰਮ੍ਰਿਤ ਛਕਿਆ, ਹੁਣ ਰੱਖ ਲਏ ਨੇ ਕੇਸ। ਉਹ ਪੁਰਾਣੇ ਸਮਿਆਂ 'ਚ ਸਿੰਘ ਪਹਿਲਾਂ ਸੇਵਾ 'ਚ ਲਾਉਂਦੇ, ਚੱਲ ਬਈ ਪਹਿਲਾਂ ਘੋੜਿਆਂ ਦੀ ਲਿੱਦ ਚੁੱਕ, ਬਾਟੇ ਮਾਂਜ ਬਾਟੇ ਸਰਬਲੋ ਦੇ, ਸੇਵਾ ਕਰ, ਸੰਗਤ ਕਰ, ਕਥਾ ਸੁਣਿਆ ਕਰ, ਕੀਰਤਨ ਸੁਣਿਆ ਕਰ, ਬਾਣੀ ਪੜ੍ਹਿਆ ਕਰ। ਜਦੋਂ ਉਹਨੂੰ ਪੂਰੀ ਮਰਿਆਦਾ ਦਾ ਪਤਾ ਲੱਗ ਜਾਏ ਫਿਰ ਉਹਨੂੰ ਕਹਿੰਦੇ ਹਾਂ ਵੀ ਹੁਣ ਫੌਜ ਵਿੱਚ ਭਰਤੀ ਕਰਨੇ ਆ ਤੈਨੂੰ, ਆ ਹੁਣ ਖੰਡੇ ਦੀ ਪਹੁਲ ਛਕ ਲੈ, ਫਿਰ ਉਹ ਪੱਕਾ ਰਹਿੰਦਾ। ਨਹੀਂ ਤਾਂ ਫਿਰ ਉਹ ਕਹਿੰਦੇ 40 ਕੁ ਦਿਨ ਜੀ ਸਾਡੇ ਕੋਲੋਂ ਮਸਾਂ ਹੀ ਰੱਖਿਆ ਗਿਆ ਜੀ, ਅਸੀਂ ਛਕਿਆ ਸੀ ਜੀ ਅੰਮ੍ਰਿਤ ਜਵਾਨੀ ਵੇਲੇ, ਤੇ ਉਹ 40 ਕੁ ਦਿਨ ਮਸਾਂ ਹੀ ਰੱਖਿਆ ਗਿਆ ਸਾਡੇ ਕੋਲੋਂ, ਤੇ 40ਵੇਂ ਦਿਨ ਤੋਂ ਬਾਅਦ ਫਿਰ ਜੀ ਅਸੀਂ ਕਿਰਪਾਨ ਟੰਗ ਦਿੱਤੀ ਤੇ ਪਾਸੇ ਹਟ ਗਏ। ਇਹ ਉਹ ਨੇ ਸਾਰੇ ਜਿਹੜੇ ਉੱਪਰਲੇ ਦੱਸੇ ਨੇ ਨਾ 3 ਪ੍ਰਕਾਰ ਦੀ ਸਿੱਖੀ ਵਾਲੇ, ਹਿਰਸੀ, ਦੇਖਾ ਦੇਖੀ ਵਾਲੇ, ਧੰਦੇ ਵਾਲੇ। ਇਹਨਾਂ ਤੋਂ ਜਿਹੜੀ ਸ੍ਰੇਸ਼ਟ 2 ਤਰੀਕੇ, ਜਿਹੜੀਆਂ 2 ਸਿੱਖੀਆਂ ਨੂੰ ਸ੍ਰੇਸ਼ਟ ਨੇ, ਸਿਦਕ ਦੀ ਤੇ ਪ੍ਰੇਮ ਦੀ, ਉਹ ਅੱਗੇ ਦੱਸਦੇ ਨੇ। ਹਾਂਜੀ, ਗੁਰ ਪਾਹੁਲ ਕੋ ਭੇਦ ਨ ਪਾਏ, ਗੁਰੂ ਕੀ ਪਾਹੁਲ ਦਾ ਭੇਦ ਹੀ ਨਹੀਂ ਪਤਾ ਉਹਨਾਂ ਨੂੰ। ਛਕ ਲਿਆ, ਵੇਖਾ ਵੇਖੀ ਵੀ ਬਹੁਤੇ ਛਕ ਰਹੇ ਨੇ, ਅਸੀਂ ਵੀ ਛਕ ਲੈਂਦੇ ਹਾਂ, ਪਰ ਉਹਦਾ ਭੇਦ ਨਹੀਂ ਜਾਣਿਆ ਵੀ ਸਤਿਗੁਰਾਂ ਦੀ ਜਿਹੜੀ ਇਹ ਪਾਹੁਲ ਹੈ, ਇਹ ਖੰਡੇ ਦੀ ਪਾਹੁਲ ਜੋ ਗੁਰਦੇਵ ਸਾਨੂੰ ਦੇ ਰਹੇ ਨੇ, ਇਹ ਨੇਤਰਾਂ ਵਿੱਚ ਜਿਹੜੇ 5 ਛਿੱਟੇ ਮਾਰੇ ਜਾ ਰਹੇ ਨੇ, 5 ਚੂਲੇ ਛਕਾਏ ਜਾ ਰਹੇ ਨੇ, ਕੇਸਾਂ 'ਚ 5 ਚੂਲੇ ਪਾਏ ਜਾ ਰਹੇ ਨੇ, ਇਹਦੇ ਵਿੱਚ ਕੀ ਤਾਸੀਰ ਹੈ, ਕੀ ਬਰਕਤ ਹੈ, ਉਹਨੂੰ ਕੀ ਪਤਾ ਹੋਣਾ ਜਦੋਂ ਉਹ ਆਇਆ ਹੀ ਨਹੀਂ ਪਹਿਲਾਂ, ਉਹਨੂੰ ਮਹਿਮਾ ਸੁਣੀ ਨਹੀਂ ਉਹਨੇ ਆ ਕੇ। ਹੁਣ ਬਾਂਦਰ ਦੇ ਗਲ ਦੇ ਵਿੱਚ ਰਤਨ ਪਾ ਦਿਓ, ਉਹਨੂੰ ਕੀ ਪਤਾ ਵੀ ਇਸ ਰਤਨ ਦੀ ਸਾਰ ਕੀ ਹੁੰਦੀ ਹੈ। ਰਤਨਮਈ ਗਲ ਬਾਂਦਰ ਹੈ, ਕਿਹੋ ਕੀਮ ਨਾ ਜਾਣ। ਪਾਹੁਲ ਦਾ ਭੇਦ ਹੀ ਨਹੀਂ ਪਤਾ ਕਿ ਖੰਡੇ ਦੀ ਪਾਹੁਲ ਦੀ ਕਿੱਡੀ ਵੱਡੀ ਵਡਿਆਈ ਹੈ। ਏਡੀ ਵੱਡੀ ਵਡਿਆਈ ਖੁਦ ਬਾਜਾਂ ਵਾਲੇ ਪ੍ਰੀਤਮ ਆਪ ਹੱਥ ਜੋੜ ਕੇ ਪੰਜਾਂ ਨੂੰ ਕਹਿੰਦੇ ਆ ਮੈਨੂੰ ਵੀ ਛਕਾਓ, ਮੈਨੂੰ ਵੀ ਇਹ ਦਾਤ ਦਿਓ। ਕਿੱਡੀ ਵੱਡੀ ਵਡਿਆਈ ਹੈ ਇਸ ਖੰਡੇ ਦੀ ਪਾਹੁਲ ਦੀ। ਹਾਂਜੀ, ਚਤਰਥ ਸਿੱਖੀ ਸਿਦਕੀ ਹੋਈ, ਚੌਥੀ ਸਿੱਖੀ ਹੈ ਸਿਦਕ ਦੀ। 3 ਦੱਸ ਦਿੱਤੀਆਂ ਨੇ, ਧੰਦੇ ਦੀ, ਦੇਖਾ ਦੇਖੀ ਤੇ ਹਿਰਸ ਦੀ। ਚੌਥੀ ਹੈ ਸਿਦਕ ਦੀ ਸਿੱਖੀ। ਹਾਂਜੀ, ਗੁਰ ਬਿਨ ਅਪਰ ਨ ਮਾਨੈ ਕੋਈ, ਇਹ ਜਿਹੜੀ ਸਿਦਕ ਦੀ ਸਿੱਖੀ ਹੈ ਨਾ,
ਆਪਣੇ ਗੁਰੂ ਤੋਂ ਬਿਨਾਂ ਜਿਹੜਾ ਸਿਦਕੀ ਸਿੱਖ ਹੈ ਨਾ, ਉਹ ਕਿਸੇ ਹੋਰ ਨੂੰ ਨਹੀਂ ਮੰਨਦਾ। ਆਪਣੇ ਸਾਹਿਬ ਤੋਂ ਬਿਨਾਂ ਗੁਰ ਬਿਨ ਅਪਰ ਨ ਮਾਨਹਿ ਕੋਈ, ਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਮੰਨਦਾ। ਉਹ ਕਹਿੰਦਾ ਗੁਰ ਜੈਸਾ ਨਾਹੀ ਕੋ ਦੇਵ, 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 ਗੁਰ ਜੈਸਾ ਨਾਹੀ ਕੋ ਦੇਵ। ਮੇਰੇ ਗੁਰੂ ਵਰਗਾ ਕੋਈ ਨਹੀਂ। ਉਹ ਆਪਣੇ ਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਮੰਨਦਾ ਹੀ ਨਹੀਂ। ਉਹ ਕਹਿੰਦਾ ਪਾਏਗਾ ਹੈ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਆ। ਇਹ ਸਿਦਕੀ ਸਿੱਖ ਹੈ। ਸਿਦਕੀ ਸਿੱਖ ਅੰਦਰੋਂ ਇਹ ਆਵਾਜ਼ ਨਿਕਲਦੀ ਹੈ, ਪਾਏਗਾ ਹੈ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਆ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਆ। ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨੈਕ ਨਯਨ। ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ, ਗੋਰ ਮੜੀ ਮਟ ਭੂਲ ਨ ਮਨ। ਇਹ ਸਿਦਕੀ ਸਿੱਖ ਦੀ ਭਾਵਨਾ। ਮੇਰੇ ਗੁਰੂ ਵਰਗਾ ਕੌਣ ਹੈ? ਅਸੀਂ ਕਿਸੇ ਦਾ ਤਿਰਸਕਾਰ ਨਹੀਂ ਕਰਦੇ। ਸਭ ਦੇਵੀ ਦੇਵਤੇ ਜੋ ਉਹਨਾਂ ਨੂੰ ਪੂਜਦੇ ਨੇ, ਅਸੀਂ ਨਹੀਂ ਕਿਸੇ ਨੂੰ ਮਾੜਾ ਕਹਿੰਦੇ। ਅਸੀਂ ਨਹੀਂ ਕਹਿੰਦੇ ਕਿਸੇ ਨੂੰ ਫਲਾਣਾ ਦੇਵਤਾ ਮਾੜਾ, ਅਮਕੀ ਦੇਵੀ ਮਾੜੀ ਹੈ, ਅਮਕਾ ਅਵਤਾਰ ਮਾੜਾ ਜਾਂ ਅਮਕਾ ਪੈਗੰਬਰ ਮਾੜਾ। ਅਸੀਂ ਕਿਉਂ ਆਖੀਏ? ਪਰ ਅਸੀਂ ਤਾਂ ਇਹ ਬਿਰਤੀ ਰੱਖਣੀ ਹੈ, ਮੇਰੇ ਗੁਰੂ ਵਰਗਾ ਨਹੀਂ ਹੈ ਕੋਈ। ਅਸੀਂ ਇਹੀ, ਸਾਡੇ ਸਤਿਗੁਰਾਂ ਵਰਗਾ ਨਹੀਂ ਕੋਈ। ਤੇ ਵਾਕਿਆ ਹੈ ਵੀ ਕੋਈ ਨਹੀਂ। ਇਹ ਕੋਈ ਕਲਪਨਾ ਨਹੀਂ ਹੈ, ਇਹ ਕੋਈ ਅਤ ਕਥਨੀ ਨਹੀਂ ਹੈ, ਇਹ ਕੋਈ ਹਵਾਈ ਬਾਤ ਨਹੀਂ ਹੈ ਵੀ ਹਵਾ ਵਿੱਚ ਉੱਤੇ ਉੱਤੇ। ਵਾਕਿਆ ਹੀ ਸਾਡੇ ਸਤਿਗੁਰੂ ਜੈਸਾ ਕੋਈ ਨਹੀਂ, ਗੁਰੂ ਜੈਸਾ ਕੋਈ ਨਹੀਂ। ਇਹ ਸਿਦਕੀ ਸਿੱਖ ਦੀ ਭਾਵਨਾ ਹੈ। ਜਿਹੜਾ ਸਿਦਕੀ ਸਿੱਖ ਹੈ ਉਹ ਆਪਣੇ ਗੁਰੂ ਬਿਨਾਂ ਕਿਸੇ ਹੋਰ ਨੂੰ ਨਹੀਂ ਮੰਨਦਾ। ਜੀਵਨ ਮਰਨ ਵਿਖੇ ਗੁਰ ਸ਼ਰਣੀ। ਉਹ ਕਹਿੰਦਾ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾਹੀ ਹੋਰ, ਗੁਰੂ ਬਿਨਾਂ ਮੈਂ ਨਾਹੀ ਹੋਰ। ਮੇਰੇ ਗੁਰੂ ਬਿਨਾਂ ਮੇਰਾ ਕੋਈ ਨਹੀਂ। ਤੇ ਫਿਰ ਉਹਦਾ ਜੀਵਣਾ, ਉਹਦਾ ਮਰਨਾ ਗੁਰੂ ਦੀ ਸ਼ਰਨ ਵਿੱਚ ਹੀ ਹੁੰਦਾ। ਜੀਵਨ ਮਰਨ ਵਿਖੈ ਗੁਰ ਸ਼ਰਣੀ। ਜੰਮਦਿਆਂ ਮਰਦਿਆਂ ਉਹ ਆਪਣੇ ਗੁਰੂ ਦੀ ਸ਼ਰਨ 'ਚ ਹੀ ਰਹਿੰਦਾ ਹੈ। ਤਜੇ ਨਾ ਜਿਮ ਪਰਵਾਹ ਮੈਂ ਤਰਣੀ। ਜਿਵੇਂ ਬੜੀ ਤੇਜ਼ ਨਦੀ ਵਿੱਚ ਕਿਸ਼ਤੀ ਚੱਲਦੀ ਹੋਵੇ ਨਾ, ਤੇ ਕਿਸ਼ਤੀ ਵਿੱਚ ਬੈਠਾ ਬੰਦਾ ਉਹ ਕਿਸ਼ਤੀ ਨਹੀਂ ਛੱਡਦਾ ਵੀ ਜੇ ਕਿਸ਼ਤੀ ਛੱਡ ਦਿੱਤੀ ਮੈਂ ਇਸ ਨਹਿਰ 'ਚ ਰੁੜ ਜਾਣਾ। ਕਹਿੰਦੇ ਇਸੇ ਤਰ੍ਹਾਂ ਜਿਹੜਾ ਸਿਦਕੀ ਸਿੱਖ ਹੈ ਉਹ ਜਿੰਨਾ ਚਿਰ ਸੰਸਾਰ ਵਿੱਚ ਰਹਿੰਦਾ ਆਪਣੇ ਗੁਰੂ ਦੀ ਜਿਹੜੀ ਸ਼ਰਨ ਹੈ ਨਾ ਉਹ ਛੱਡਦਾ ਨਹੀਂ। ਉਹਨੂੰ ਪਤਾ ਜੇ ਮੈਂ ਗੁਰੂ ਦੇ ਜਹਾਜ਼ ਤੋਂ ਉਤਰਿਆ ਰੁੜ ਜਾਵਾਂਗਾ, ਬਹਿ ਜਾਵਾਂਗਾ, ਡੁੱਬ ਜਾਵਾਂਗਾ। ਇਸ ਕਰਕੇ ਉਹ ਆਪਣੇ ਗੁਰੂ ਦੀ ਸ਼ਰਨ ਨੂੰ ਨਹੀਂ ਤਿਆਗਦਾ। ਸਿਰ ਜਾਣੇ ਲਗ ਸਦਾ ਨਿਭਾਏ। ਸਿਰ ਜਾਣੇ ਤੱਕ, ਆਹਾ, ਸਿਰ ਵੀ ਚਲਾ ਜਾਏ ਤੇ ਫਿਰ ਵੀ ਉਹ ਆਪਣੀ ਸਿੱਖੀ ਨੂੰ ਨਿਭਾਉਂਦਾ ਹੈ। ਉਹ ਕਹਿੰਦਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਂਦਾ ਜਾਵੇ। ਉਹ ਸਿੱਖ ਐਸਾ ਸਿਦਕੀ ਹੈ ਵੀ ਜੇ ਕੋਈ ਆ ਕੇ ਲਾਲਚ ਦੇਵੇ, ਉਹਨੂੰ ਕਹੇ ਤੇਰੇ ਬੱਚਿਆਂ ਨੂੰ ਕਨਵੈਂਟ ਸਕੂਲ 'ਚ ਪੜ੍ਹਾਵਾਂਗੇ, ਤੈਨੂੰ ਨੌਕਰੀ ਦਿਵਾਵਾਂਗੇ, ਪਲਾਟ ਲੈ ਕੇ ਦੇਵਾਂਗੇ, ਕੋਠੀ ਬਣਾ ਕੇ ਦੇਵਾਂਗੇ, ਤੂੰ ਸਾਡੇ ਧਰਮ 'ਚ ਆ ਜਾ।
ਉਹ ਠੋਕਰ ਮਾਰਦਾ, ਕਹਿੰਦਾ ਤੁਹਾਡੀਆਂ ਇਹਨਾਂ ਸਾਰੀਆਂ ਚੀਜ਼ਾਂ ਤੇ ਮੈਂ ਠੋਕਰ ਮਾਰਦਾ, ਤੂੰ ਬਾਦਸ਼ਾਹੀ ਕਿਉਂ ਨਾ ਦੇ ਦੇ ਮੈਨੂੰ ਪੂਰੀ ਧਰਤੀ ਦੀ, ਮੈਂ ਆਪਣੇ ਗੁਰੂ ਕੀ ਸਿੱਖੀ ਨਹੀਂ ਤਿਆਗਣੀ। ਇਹ ਸਿੱਧਕੀ ਸਿੱਖ ਨੇ। ਤੇ ਕੱਚੇ ਪਹਿਲਿਆਂ ਦੀ ਕੀ ਬਾਤ ਕਰਨੀ, ਉਹ ਜੋ ਉਧਰ ਚਲੇ ਗਏ ਲਾਲਚ ਵੇਖ ਕੇ, ਕੱਲ ਨੂੰ ਕੋਈ ਹੋਰ ਦੇਗਾ ਉਧਰ ਚਲੇ ਜਾਣਗੇ। ਉਹ ਬੈਂਗਣ ਹੁੰਦਾ ਨਾ ਪਿਆ ਥਾਲੀ ਦੇ ਵਿੱਚ, ਕਦੇ ਇੱਧਰ ਕਦੇ ਉੱਧਰ। ਸਿੱਧਕੀ ਸਿੱਖ ਸਿਰ ਚਲਾ ਜਾਵੇ ਪਰ ਆਪਣੇ ਗੁਰੂ ਦੀ ਸਿੱਖੀ ਦਾ ਤਿਆਗ ਨਹੀਂ ਕਰਦਾ। ਹਾਂਜੀ, ਤਨ ਮਿਥਿਆ ਲਖ ਕਰ ਜਗ ਮਾਏ, ਸਿਰ ਜਾਣ ਤੱਕ ਸਿੱਖੀ ਨਿਭਾਉਂਦਾ। ਆਖਿਆ ਸੁਬੇਗ ਸਿੰਘ 17 ਵਰਿਆਂ ਦਾ ਤੇਰਾ ਪੁੱਤ ਹੈ, ਕਿਉਂ ਮਰਵਾਉਣਾ? ਆਪਣੇ ਪੁੱਤ ਨੂੰ ਬਚਾ ਲੈ। ਨਵਾਬ ਤੈਨੂੰ ਰੁਤਬਾ ਬੜਾ ਉੱਚਾ ਦਿੱਤਾ ਹੋਇਆ ਲਾਹੌਰ ਦੇ ਵਿੱਚ, ਵਧੀਆ ਖਾਨਾ ਹੈ, ਜਾਇਦਾਦ ਤੇਰੇ ਕੋਲ ਹੈ, ਕਿਉਂ ਪੁੱਤ ਮਰਵਾਉਣਾ? ਰੱਖ ਲੈ ਸਿੱਖੀ, ਛੱਡ ਦੇ ਸਿੱਖੀ ਨੂੰ, ਇਸਲਾਮ ਕਬੂਲ ਕਰ ਲੈ। ਘਟੋ ਘੱਟ ਆਪਣੀ ਜ਼ਿੰਦਗੀ ਤੂੰ ਜੀ ਲਿਆ। ਤੇਰਾ ਜਿਹੜਾ 16-17 ਵਰਿਆਂ ਦਾ ਬੱਚਾ ਹੈ ਸ਼ਹਬਾਜ਼ ਸਿੰਘ, ਇਹਨੂੰ ਕਿਉਂ ਮਰਵਾਉਣਾ? ਇਹਨੂੰ ਕਹਿ ਦੇ ਇਹ ਸਿੱਖੀ ਛੱਡ ਦੇ। ਤੇ ਭਾਈ ਸੁਬੇਗ ਸਿੰਘ ਸਾਹਿਬ ਦਾ ਜਵਾਬ ਸੀ, ਆਖਿਆ ਹਮ ਕਾਰਨ ਗੁਰਕੁਲ ਹੈ ਗਵਾਈ, ਹਮ ਕੁਲ ਰਾਖਾਂ ਕਵਨ ਵਡਾਈ। ਸਾਡੇ ਵਾਸਤੇ ਸਾਡੇ ਪਿਤਾ ਗੁਰੂ ਕਲਗੀਧਰ ਨੇ ਆਪਣੀ ਕੁਲ ਗਵਾ ਦਿੱਤੀ, ਮੈਂ ਆਪਣੀ ਕੁਲ ਰੱਖ ਕੇ ਕੀ ਵਡਿਆਈ ਖੱਟਣੀ ਹੈ? ਜੇ ਮੇਰੇ ਬਾਜਾਂ ਵਾਲੇ ਪ੍ਰੀਤਮ ਨੇ ਆਪਣੀ ਕੁਲ ਨਹੀਂ ਰੱਖੀ, ਆਪਣੇ 4 ਪੁੱਤਰ ਸਾਡੇ ਤੋਂ ਕੁਰਬਾਨ ਕਰ ਦਿੱਤੇ, ਜਿਹੜੇ 4 ਹੀ ਬੜੇ ਮਹਾਨ ਸਨ, ਸਰਵੋਤਮ ਸਨ, ਉਹ ਕੁਰਬਾਨ ਕਰ ਦਿੱਤੇ। ਤੇ ਮੇਰਾ ਗਰੀਬ ਜਿਹਾ ਬੰਦਾ, ਮੇਰੀ ਕੁਲ ਦੀ ਕੀ ਵਡਿਆਈ ਜੇ ਮੈਂ ਰੱਖ ਵੀ ਲਵਾਂ ਤਾਂ? ਇਹਨੇ ਸਿੱਧਕੀ ਸਿੱਖ। ਹਾਂਜੀ, ਸਿੱਖੀ ਸੱਚ ਪ੍ਰਾਪਤ ਕੀ ਕਰਤਾ, ਸਿੱਖੀ ਸੱਚ ਨੂੰ ਪ੍ਰਾਪਤ ਕਰਨ ਦਾ ਰਾਹ ਹੈ, ਸੱਚ ਦੇ ਸਰੂਪ ਨੂੰ ਪ੍ਰਾਪਤ ਕਰਨ ਦਾ ਰਸਤਾ ਹੈ ਸਿੱਖੀ। ਇਮ ਪ੍ਰਾਨਨ ਬਿਨਸਨ ਲਗ ਧਰਤਾ, ਉਹ ਗੁਰੂ ਕੀ ਸਿੱਖੀ ਨੂੰ ਪ੍ਰਾਣਾਂ ਦੇ ਅੰਤ ਤੱਕ, ਅਖੀਰਲਾ ਸਾਹ ਵੀ ਸਰੀਰ ਚੋਂ ਨਿਕਲ ਜਾਵੇ, ਉਦੋਂ ਤੱਕ ਗੁਰਸਿੱਖ ਆਪਣੀ ਸਿੱਖੀ ਨੂੰ ਨਿਭਾਉਂਦਾ ਹੈ। ਬਿਗਨ ਅਨੇਕ ਕਸ਼ਟ ਸਹਿ ਸਾਰੇ, ਭਾਵੇਂ ਅਨੇਕਾਂ ਬਿਘਨ ਆਉਣ, ਅਨੇਕਾਂ ਪ੍ਰਕਾਰ ਦੇ ਕਸ਼ਟ ਆਉਣ, ਗਾਡੋ ਸਿਦਕ ਨਹੀਂ ਨਿਰਵਾਰੇ। ਆਪਣੇ ਸਾਹਿਬ ਤੇ ਪਰਪੱਕ ਨਿਸ਼ਚਾ, ਪਰਪੱਕ ਸਿਦਕ ਗੁਰੂ ਕਾ ਸਿੱਖ ਆਪਣੇ ਹਿਰਦੇ ਚੋਂ ਨਹੀਂ ਨਿਵਾਰਦਾ। ਜਿੰਨੇ ਮਰਜ਼ੀ ਕਸ਼ਟ ਆਉਣ, ਕਦੇ ਆਪਣੇ ਪੁਰਖਿਆਂ ਦਾ ਇਤਿਹਾਸ ਚੇਤੇ ਕਰੀਏ। ਗੁਰੂ ਖਾਲਸਾ ਜੀ ਸਾਡੇ ਉਹ ਪੁਰਖੇ ਜਿਨ੍ਹਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਸਨ, ਪਰ ਉਹਨਾਂ ਗੁਰੂ ਕੀ ਸਿੱਖੀ ਦਾ ਤਿਆਗ ਨਹੀਂ ਕੀਤਾ। ਉਹਨਾਂ ਨੇ ਸਿੱਖੀ ਨੂੰ ਸਿਦਕ ਸਹਿਤ ਨਿਭਾਇਆ। ਤਦੇ ਅੱਜ ਵੀ ਅਰਦਾਸ ਵਿੱਚ ਜਦੋਂ ਅਸੀਂ ਦਾਨ ਮੰਗਦੇ ਹਾਂ ਨਾ, ਦਾਨ, ਉਦੋਂ ਉਸ ਦਾਨ ਦੇ ਵਿੱਚ ਸਾਹਿਬ ਦੇ ਕੋਲੋਂ ਸਿਦਕ ਦਾ ਦਾਨ ਵੀ ਮੰਗਦੇ ਹਾਂ। ਵਿਸਾਹਾ ਦਾਨ, ਭਰੋਸਾ ਦਾਨ, ਇਹ ਸਿਦਕ ਹੈ। ਹਾਂਜੀ, ਪਲ ਮੈਂ ਸਿਰ ਦੇ ਸਿਦਕ ਨਾ ਖੋਵੈ, ਇੱਕ ਪਲ ਵਿੱਚ ਆਪਣਾ ਸਿਰ ਦੇ ਦੇਵੇ ਪਰ ਆਪਣਾ ਸਿਦਕ ਨਾ ਛੱਡੇ। ਜਿਹੜਾ ਸਿਦਕੀ ਸਿੱਖ ਹੈ ਨਾ, ਇੱਕ ਪਲ ਵਿੱਚ ਉਹਨੂੰ ਕੋਈ ਪੁੱਛੇ ਵੀ 2 ਆਪਸ਼ਨਾਂ ਨੇ ਤੇਰੇ ਕੋਲ, ਸਿਰ ਦੇਣਾ ਕਿ ਸਿੱਖੀ ਛੱਡਣਾ, ਝੱਟ ਉੱਠ ਕੇ ਖਲੋ ਜਾਏਗਾ ਵੀ ਮੇਰਾ ਸਿਰ ਲੈ ਲੈ, ਮੈਂ ਸਿੱਖੀ ਨਹੀਂ ਛੱਡਣੀ। ਇਹ ਸਿੱਧਕੀ ਸਿੱਖ ਹੈ। ਸਿਰ ਲੈ ਲੈ ਪਰ ਮੈਂ ਗੁਰਸਿੱਖੀ ਦਾ ਤਿਆਗ ਨਹੀਂ ਕਰਨਾ। ਸੋ ਸਿੱਖ ਮੇਰੋ ਪੂਰਨ ਹੋਵੇ। ਪਾਤਸ਼ਾਹ ਕਹਿੰਦੇ ਜਿਹੜੇ ਇਹੋ ਜਿਹੇ ਸਿੱਖ ਨੇ ਨਾ ਮੇਰੇ ਉਹ ਪੂਰਨ ਸਿੱਖ ਨੇ। ਪੂਰਨ ਸਿੱਖ ਜਿਹੜੇ ਐਸੇ ਸਿੱਖ ਹਨ। ਪੰਚਮ ਸਿੱਖੀ ਭਾਵ ਉਪਾਈ। ਪੰਜਵੀਂ ਹੈ ਭਾਵ ਦੀ ਸਿੱਖੀ, ਪ੍ਰੇਮ ਦੀ, ਕਿ ਹਿਰਦੇ 'ਚ ਆਪਣੇ ਗੁਰੂ ਪ੍ਰਤੀ ਪ੍ਰੇਮ ਪੈਦਾ ਕਰਨਾ, ਭਾਵਨਾ ਪੈਦਾ ਕਰਨੀ। ਲੱਖ ਗੁਰ ਮਹਿਮਾ ਪਰ ਸ਼ਰਣਾਈ। ਗੁਰੂ ਦੀ ਮਹਿਮਾ ਨੂੰ ਜਾਣ ਕੇ ਗੁਰੂ ਦੀ ਸ਼ਰਨ 'ਚ ਪਏ ਰਹਿਣਾ। ਗੁਰ ਮਹਿਮਾ ਜਾਣ ਕੇ
ਗੁਰੂ ਦੀ ਸ਼ਰਨ ਚ ਪਏ ਰਹਿਣਾ। ਨਿਸ ਦਿਨ ਗੁਰ ਮੂਰਤ ਉਰ ਤਾਰੀ, ਰਾਤ ਦਿਨ ਸਤਿਗੁਰੂ ਜੀ ਦੀ ਮੂਰਤ ਨੂੰ ਆਪਣੇ ਹਿਰਦੇ ਚ ਵਸਾਉਣਾ, ਆਪਣੇ ਹਿਰਦੇ ਵਿੱਚ ਧਾਰਨ ਕਰਨਾ, ਔਰ ਗੁਰੂ ਕੀ ਮੂਰਤ ਨੂੰ ਕਦੇ ਹਿਰਦੇ ਚੋਂ ਦੂਰ ਨਾ ਹੋਣ ਦੇਣਾ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਐਸੀ ਅਵਸਥਾ ਦੇ ਵਿੱਚ ਟਿਕੇ। ਕਰੇ ਭਾਵ ਸਭ ਸਿੱਖ ਮਝਾਰੀ, ਔਰ ਸਾਰਿਆਂ ਸਿੱਖਾਂ ਵਿੱਚ ਪ੍ਰੇਮ ਰੱਖੇ, ਸਾਰੇ ਸਿੱਖਾਂ ਨਾਲ ਪ੍ਰੇਮ ਭਾਵ ਰੱਖੇ। ਜਿਤਨੇ ਗੁਰੂ ਕੇ ਸਿੱਖ ਨੇ ਉਹਨਾਂ ਸਭ ਨਾਲ ਪ੍ਰੇਮ ਭਾਵ ਰੱਖੇ। ਪੰਜ ਪ੍ਰਕਾਰ ਸਿੱਖ ਇਮ ਕਏ, ਉਹ ਪੰਜਵੀਂ ਪ੍ਰੇਮ ਦੀ ਸਿੱਖੀ ਇਹ ਹੈ, ਇਹ ਭਾਵ ਦੀ ਸਿੱਖੀ ਕਿ ਗੁਰੂ ਨਾਲ ਪ੍ਰੇਮ ਰੱਖੇ, ਗੁਰੂ ਕਾ ਸਵਰੂਪ ਹਿਰਦੇ ਵਿੱਚ ਆਪਣੇ ਚ ਵਸਾ ਕੇ ਰੱਖੇ, ਸਾਰੇ ਗੁਰ ਸਿੱਖਾਂ ਨਾਲ ਪ੍ਰੇਮ ਭਾਵ ਰੱਖੇ। ਮਿੱਠਾ ਬੋਲੇ ਨਿਮ ਚੱਲੇ, ਮਿੱਠਾ ਬੋਲੇ ਨਿਵ ਚੱਲਣ ਗੁਰਸਿੱਖੀ ਦੀ ਨਿਸ਼ਾਨੀ ਭਾਈ ਗੁਰਦਾਸ ਜੀ ਦੱਸਦੇ ਆ। ਮਿੱਠਾ ਬੋਲਣ ਨਿਵ ਚੱਲਣ, ਮਿੱਠਾ ਬੋਲਣਾ ਤੇ ਨਿਵ ਕੇ ਨਿਮਰਤਾ ਸਹਿਤ ਚੱਲਣਾ। ਫਿਰ ਸਭ ਕੁਝ ਜਾਣਦਿਆਂ ਹੋਇਆਂ ਵੀ ਭੋਲੇ ਬਣ ਕੇ ਵਿਚਰਨਾ। ਗੁਰਸਿੱਖ ਬਾਹਰੋਂ ਭੋਲੇ ਅੰਦਰੋਂ ਸਿਆਣੇ, ਅੰਦਰੋਂ ਸਿਆਣੇ ਨੇ ਪਰ ਬਾਹਰੋਂ ਭੋਲੇ। ਜਿਨ ਪਟ ਅੰਦਰ ਬਾਹਰ ਗੁੱਦੜ, ਆ ਗੁਰਸਿੱਖੀ ਹੈ ਭਾਵ ਦੀ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਬਾਹਰ ਗੁੱਦੜ, ਗੁੱਦੜ ਦਾ ਮਤਲਬ ਹੁੰਦਾ ਪਾਟੇ ਪੂਟੇ ਜੇ ਕੱਪੜੇ ਨਹੀਂ ਪਾਏ ਹੁੰਦੇ, ਫਟੇ ਪੁਰਾਣੇ ਜੇ। ਤੇ ਅੰਦਰ ਪੱਟ ਦਾ ਮਤਲਬ ਹੁੰਦਾ ਰੇਸ਼ਮ ਦੇ ਬਣੇ ਕੱਪੜੇ। ਜਿਹੜੇ ਗੁਰਸਿੱਖ ਨੇ ਨਾ ਉਹ ਬਾਹਰੋਂ ਭੋਲੇ ਭਾਲੇ ਜੇ ਵੀ ਜਿਵੇਂ ਪਤਾ ਹੀ ਨਹੀਂ ਕੁਝ, ਤੇ ਅੰਦਰੋਂ ਰੇਸ਼ਮ ਵਾਂਗ ਉੱਤਮ ਸ੍ਰੇਸ਼ਟ ਸਰਵੋਤਮ ਸੁਮਤ ਦੇ ਧਾਰਨੀ। ਪਾਤਸ਼ਾਹ ਕਹਿੰਦੇ ਇਹ ਪੰਜ ਪ੍ਰਕਾਰ ਦੀ ਸਿੱਖੀ ਹੈ। ਜਥਾ ਕਰਮ ਫਲ ਦੀਰਗ ਲਏ, ਜਥਾ ਕਰਮ ਜਿਸ ਤਰ੍ਹਾਂ ਦਾ ਕੋਈ ਕਰਮ ਕਰਦਾ, ਇਸ ਸਿੱਖੀ ਨੂੰ ਧਾਰਨ ਕਰਕੇ ਉਸੇ ਤਰ੍ਹਾਂ ਦਾ ਉਹਨੂੰ ਫਲ ਪ੍ਰਾਪਤ ਹੁੰਦਾ। ਹਾਂਜੀ। ਹਲਤ ਪਲਤ ਮੈਂ ਬਨੋ ਸਹਾਈ, ਪਾਤਸ਼ਾਹ ਕਹਿੰਦੇ ਮੈਂ ਉਸ ਦਾ ਲੋਕ ਪਰਲੋਕ ਵਿੱਚ ਮਦਦਗਾਰ ਹੁੰਨਾ। ਜਿਹੜੇ ਪਹਿਲੇ ਤਿੰਨ ਪ੍ਰਕਾਰ ਦੀ ਸਿੱਖੀ ਦੱਸੀ ਹੈ ਨਾ, ਪਾਤਸ਼ਾਹ ਕਹਿੰਦੇ ਜੇ ਕੋਈ ਉਹ ਵੀ ਧਾਰਨ ਕਰਕੇ ਟੁਰ ਤਾਂ ਪਵੇ, ਚੱਲ ਪਵੇ, ਅੱਗੇ ਜਾ ਕੇ ਉਹਨੂੰ ਵੀ ਸਮਝ ਪੈ ਹੀ ਜਾਏਗੀ। ਜੇ ਚੱਲਦਾ ਰਹੇ, ਰੁਕੇ ਨਾ, ਜੇ ਪਾਂਧੀ ਬਣ ਗਿਆ ਤੇ ਟੁਰੇ ਉਸ ਰਾਹ ਤੇ ਕਹਿੰਦੇ ਮੈਂ ਲੋਕ ਪਰਲੋਕ ਵਿੱਚ ਦੋਹਾਂ ਜਹਾਨਾਂ ਵਿੱਚ ਉਹਦਾ ਸਹਾਇਕ ਹੁੰਦਾ ਹਾਂ। ਜਮ ਸੰਕਟ ਤੇ ਲਿਓ ਛੁਟਾਈ, ਜਮ ਦੇ ਸੰਕਟਾਂ ਤੋਂ, ਜਮ ਦੇ ਤਰਾਸ ਤੋਂ, ਜਮ ਦੇ ਭੈ ਤੋਂ ਮੈਂ ਉਹਨਾਂ ਨੂੰ ਸदैवी ਕਾਲ ਲਈ ਮੁਕਤ ਕਰ ਦਿੰਦਾ ਹਾਂ। ਦੋਹਰਾ ਸਤਿਗੁਰ ਪੂਰਨ ਜਿਨੋ ਕੇ, ਪੂਰੀ ਤਿਨ ਕੀ ਆਸ। ਜਿਨ੍ਹਾਂ ਦੇ ਸਤਿਗੁਰੂ ਜੀ ਪੂਰਨ ਹਨ, ਉਹਨਾਂ ਦੀਆਂ ਆਸਾਂ ਵੀ ਪੂਰਨ ਹਨ। ਸਭੇ ਆਸਾਂ ਪੂਰੀਆਂ। ਜਿਨ੍ਹਾਂ ਦੇ ਗੁਰੂ ਪੂਰੇ, ਉਹਨਾਂ ਦੀਆਂ ਆਸਾਂ ਪੂਰੀਆਂ। ਜਿਨ੍ਹਾਂ ਦੇ ਗੁਰੂ ਕੱਚੇ ਪਿੱਲੇ ਅਧੂਰੇ, ਉਹਨਾਂ ਦੀਆਂ ਆਸਾਂ ਵੀ ਕੱਚੀਆਂ ਪਿੱਲੀਆਂ ਤੇ ਅਧੂਰੀਆਂ। ਇਸ ਕਰਕੇ ਜਿਨ੍ਹਾਂ ਦੇ ਸਤਿਗੁਰੂ ਜੀ ਪੂਰੇ ਨੇ, ਉਹਨਾਂ ਦੀਆਂ ਆਸਾਂ ਵੀ ਪੂਰਨ ਹਨ। ਨਾਨਕ ਜਪੀਏ ਨਾਮ ਨਿਤ, ਸਿਮਰੋ ਸਾਸ ਗਿਰਾਸ। ਇਹ ਦੋਹਰਾ ਸੋਚ ਹੋਇਆ ਕਿ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ, ਐ ਗੁਰਸਿੱਖੋ ਸਵਾਸ ਗਰਾਸ ਹਰ ਸਾਹ ਨਾਲ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੋ। ਪਰਮੇਸ਼ਰ ਨੂੰ ਸਿਮਰੋ, ਅਕਾਲ ਪੁਰਖ ਨੂੰ ਚੇਤੇ ਕਰੋ। ਚੌਪਈ ਬਨੀਏ ਸਤ ਨਾਮ ਅਨੁਰਾਗੀ, ਔਰ ਸਾਹਿਬ ਦੇ ਸੱਚੇ ਨਾਮ ਦੇ ਅਨੁਰਾਗੀ ਬਣੋ, ਸੱਚੇ ਨਾਮ ਦੇ ਪ੍ਰੇਮੀ ਬਣੋ। ਕਾਮ ਕ੍ਰੋਧ ਮਦ ਮਾਨੈ ਤਿਆਗੀ, ਕਾਮ ਕ੍ਰੋਧ ਹੰਕਾਰ ਮਾਣ ਇਹਨਾਂ ਸਾਰੀਆਂ ਭੈੜੀਆਂ ਬਿਰਤੀਆਂ ਦਾ ਤਿਆਗ ਕਰ ਦਿਓ। ਰਾਖ ਸਥਿਰ ਸਤ ਗੁਰੂ ਭਰੋਸਾ, ਔਰ ਗੁਰੂ ਤੇ ਪ੍ਰਤੱਖ ਭਰੋਸਾ ਰੱਖਣਾ। ਪਰਪੱਕ ਸਥਿਰ
ਇਹ ਨਹੀਂ ਵੀ ਕਦੇ ਭਰੋਸਾ ਵੱਜ ਗਿਆ, ਕਦੇ ਡਾਵਾਂਡੋਲ ਹੋ ਗਿਆ, ਕਦੇ ਸੋਚਿਆ ਵੀ ਗੁਰੂ ਕਰੇਗਾ, ਕਦੇ ਫਿਰ ਸੋਚਿਆ ਵੀ ਖਬਰੇ ਹੋਵੇਗਾ ਕਿ ਨਾ ਹੋਵੇਗਾ। ਗੁਰੂ ਤੇ ਭਰੋਸਾ ਪਰਪੱਕ ਹੋਣਾ ਚਾਹੀਦਾ, ਥਾ ਭਰੋਸਾ। ਹਾਂਜੀ। ਧਰ ਸੰਤੋਖ ਸਿੰਘ ਸ਼ਾਮ। ਮਹਾਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਐ, ਐ ਗੁਰਮੁਖੋ ਪਿਆਰਿਓ, ਆਪਣੇ ਹਿਰਦੇ 'ਚ ਸ਼ਾਂਤੀ ਔਰ ਸੰਤੋਖ ਇਸ ਨੂੰ ਧਾਰਨ ਕਰੋ। ਸੰਤੋਖ ਸਿੰਘ ਜੀ ਆਪਣੇ ਆਪ ਨੂੰ ਕਹਿ ਰਹੇ, ਭਾਈ ਸਾਹਿਬ ਜਿਨ੍ਹਾਂ ਨੇ ਕਥਾ ਲਿਖੀ, ਆਪਣੇ ਆਪ ਨੂੰ, ਜਿਹੜਾ ਸ੍ਰੇਸ਼ਟ ਵਕਤਾ ਹੁੰਦਾ ਉਹ ਆਪਣੇ ਨਿਜ ਮਨ ਨੂੰ ਉਪਦੇਸ਼ ਦਿੰਦਾ। ਕਹਿੰਦੇ ਹੇ ਸੰਤੋਖ ਸਿੰਘ, ਆਪਣੇ ਆਪ ਨੂੰ ਕਹਿੰਦੇ ਆ, ਹੇ ਸੰਤੋਖ ਸਿੰਘ ਤੂੰ ਸ਼ਾਂਤੀ ਤੇ ਸੰਤੋਖ ਧਾਰਨ ਕਰ। ਯਾਨੀ ਕਿ ਸਾਨੂੰ ਸਾਰਿਆਂ ਨੂੰ ਕਹਿ ਰਿਹਾ ਕਿ ਭਾਈ ਸ਼ਾਂਤ ਅਵਸਥਾ ਔਰ ਸੰਤੋਖ ਦੀ ਬਿਰਤੀ ਹਿਰਦੇ 'ਚ ਧਾਰਨ ਕਰੋ। ਦੋਹਰਾ ਸਿੱਖੀ ਪੰਜ ਪ੍ਰਕਾਰ ਕੀ, ਸੁਨ ਪਾਉਲ ਬਖਸ਼ੀਸ਼। ਇਸ ਤਰ੍ਹਾਂ ਇਹ ਸਿੱਖੀ ਗੁਰੂ ਖਾਲਸਾ ਜੀ 5 ਪ੍ਰਕਾਰ ਦੀ ਹੈ, ਜੋ ਕਲਗੀਧਰ ਸਵਾਮੀ ਜੀ ਨੇ ਦੱਸੀ। ਇਹ 5 ਪ੍ਰਕਾਰ ਦੀ ਸਿੱਖੀ ਹੈ। ਹੁਣ ਜਿਹੜੀ ਪੌਹਲ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਸਿੱਖਾਂ ਨੂੰ, ਖੰਡੇ ਦੀ ਪੌਹਲ, ਅੰਮ੍ਰਿਤ। ਅੰਮ੍ਰਿਤ ਤਾਂ ਕਹਿੰਦੇ ਆ ਕਿਉਂਕਿ ਅੰਮ੍ਰਿਤ ਬਾਣੀ ਦਾ ਜਾਪ ਉਹਦੇ ਤੇ ਹੋਇਆ, ਤਾਂ ਅੰਮ੍ਰਿਤ ਬਣਿਆ। ਬਾਣੀ ਦੀ ਕਲਾ ਉਹਦੇ ਵਿੱਚ ਵਰਤੀ, ਤਾਂ ਅੰਮ੍ਰਿਤ ਹੈ। ਉਹ ਅੰਮ੍ਰਿਤ ਤਾਂ ਬਣਦਾ ਜਦੋਂ 5 ਬਾਣੀਆਂ ਪੜ੍ਹੀਆਂ ਜਾਂਦੀਆਂ, ਉਹਦੇ ਤੇ ਖੰਡਾ ਫੇਰਿਆ ਜਾਂਦਾ ਵਿੱਚ। ਤੇ ਪੌਹਲ ਵੀ ਕਹਿੰਦੇ ਆ। ਪੌਹਲ ਇਸ ਕਰਕੇ ਕਿਉਂਕਿ ਗੁਰੂ ਸਾਹਿਬ ਜੀ ਦੇ ਘਰ ਵਿੱਚ ਪਹਿਲਾਂ ਚਰਨ ਪੌਲ ਦੀ ਮਰਿਆਦਾ ਚੱਲਦੀ ਸੀ, ਇਸ ਕਰਕੇ ਖੰਡੇ ਦੀ ਪੌਹਲ ਵੀ ਕਹਿ ਦਿੰਦੇ ਨੇ, ਖੰਡੇ ਦਾ ਅੰਮ੍ਰਿਤ ਵੀ ਕਹਿ ਦਿੰਦੇ ਹਨ। ਹੁਣ ਜਿਹੜੀ ਪੌਹਲ ਦੀ ਬਖਸ਼ਿਸ਼ ਹੋਈ ਆ ਉਹ ਸੁਣੋ। ਸਿੱਖ ਸਿੱਧ ਕੀ ਕਰ ਜੋਰ ਕੈ, ਧਰ ਪਗ ਪੰਕਜ ਸੀਸ। ਜਿਹੜੇ ਸਿੱਧਕੀ ਸਿੱਖ ਨੇ ਉਹਨਾਂ ਨੇ ਹੱਥ ਜੋੜ ਕੇ ਗੁਰਦੇਵ ਦੇ ਪਵਿੱਤਰ ਚਰਨ ਕਮਲਾਂ ਤੇ ਸਿਰ ਧਰ ਕੇ, ਮੱਥਾ ਟੇਕ ਕੇ, ਵੰਦਨਾ ਕਰਕੇ ਸਤਿਗੁਰੂ ਜੀ ਨੂੰ ਪੁੱਛਿਆ, ਮਹਾਰਾਜ ਪਾਹੁਲ ਭੇਦ ਦੱਸੋ। ਜਿਹੜੀ ਇਹ ਖੰਡੇ ਦੀ ਪਹੁਲ ਆਪ ਜੀ ਨੇ ਸਾਨੂੰ ਬਖਸ਼ੀ ਹੈ, ਇਸ ਦੀ ਮਹਿਮਾ ਦੱਸੋ। ਗੁਰਦੇਵ ਦੱਸ ਰਹੇ ਨੇ ਕਿ ਇਸ ਖੰਡੇ ਦੀ ਪਹੁਲ ਦੀ ਮਹਿਮਾ ਕੀ ਹੈ। ਸਿੱਖਾਂ ਫਿਰ ਪੁੱਛਿਆ, ਮਹਾਰਾਜ ਇਸ ਖੰਡੇ ਦੀ ਪਹੁਲ ਵਿੱਚ ਸ਼ਕਤੀ ਆਪ ਜੀ ਦੀ ਹੈ ਜਾਂ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਹੈ? ਗੁਰਦੇਵ ਨੇ ਆਖਿਆ, ਗੁਰੂ ਤੇ ਪਰਮੇਸ਼ਰ ਦੀ ਸ਼ਕਤੀ ਵਿੱਚ ਤਾਂ ਕੋਈ ਭੇਦ ਹੈ ਹੀ ਨਹੀਂ ਸਿੱਖੋ। ਉਹ ਮਹਿਮਾ ਦੱਸ ਰਹੇ ਨੇ, ਪਾਹੁਲ ਭੇਦ ਦੱਸ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ